ਮੈਂ ਉਹਨਾਂ ਵਿੱਚੋਂ ਇਲੈਕਟਿਡ ਹੋ ਕੇ ਉਹਨਾਂ ਨਾਲ ਇਲੈਕਸ਼ਨ ਜਿੱਤ ਗਿਆ। ਪਰ ਬਾਦਲ ਸਾਹਿਬ ਉੱਥੇ ਪੰਜਾਬ ਵਿੱਚ ਇਹ ਜਿੱਤ ਗਏ। ਉਹਨਾਂ ਫਿਰ ਆਣ ਕੇ ਇਸ ਮੇਰੇ ਇਲੈਕਸ਼ਨ ਨੂੰ ਟੈਕਨੀਕਲੀ ਤੌਰ 'ਤੇ ਨਾ ਮੰਨਦੇ ਹੋਏ ਦੁਬਾਰਾ ਇਲੈਕਸ਼ਨ ਕਰਵਾਇਆ, ਧੱਕਾ ਕੀਤਾ ਮੇਰੇ ਨਾਲ ਕਿ ਸਾਡੇ ਹਰਿਆਣੇ ਦੇ ਸਿੱਖ ਇਹ ਸੋਚਣ ਲੱਗੇ ਵੀ ਇੱਕ ਹੀ ਸਾਡਾ ਮੁੰਡਾ ਜਹਾਂ ਮੈਂ ਇਹ ਜਿੱਤ ਕੇ ਸ਼੍ਰੋਮਣੀ ਕਮੇਟੀ ਵਿੱਚ ਗਿਆ ਹੈ ਤੇ ਉਹਨੂੰ ਵੀ ਬਾਦਲ ਸਾਹਿਬ ਨੇ ਇੱਥੇ ਧੱਕੇ ਨਾਲ ਹਰਾ ਕੇ ਤੇ ਆਪਣੇ ਰਘੂਜੀਤ ਸਿੰਘ ਵੀਰ ਨੂੰ ਧੱਕੇ ਨਾਲ ਜਿਤਾ ਕੇ ਲੈ ਗਏ ਨੇ। ਉਸ ਤੋਂ ਰੋਸ ਪੈਦਾ ਹੋਇਆ। ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਨੇ ਜਿਹੜੇ ਆ, ਮੈਨੇਜਮੈਂਟ ਨੇ ਜਿਹੜੇ ਆ, ਫਿਰ ਪਾਰਟੀ ਨੇ, ਆਪਣੇ ਹੋਰ ਵੀ ਜਿੰਨੇ ਉੱਥੇ ਸਾਰੇ ਸੇਵਾ ਸੰਭਾਲ ਰਹੇ ਨੇ, ਉਹ ਖਾਸ ਤੌਰ 'ਤੇ ਆ ਤਾਂ ਪੰਜਾਬ ਤੋਂ ਹੈਗੇ ਨੇ, ਹਰਿਆਣੇ ਦੇ ਬਹੁਤ ਘੱਟ ਨੇ। ਉਹਨਾਂ ਦਾ ਫਿਰ ਕੀ ਕੀਤਾ ਜਾਏਗਾ ਕਿ ਉਹਨਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਜਾਏਗਾ ਜਾਂ ਫਿਰ ਇਸੇ ਦੇ ਵਿੱਚ ਉਹਨਾਂ ਤੋਂ ਸੇਵਾ ਲਈ ਜਾਏਗੀ? ਪਹਿਲਾਂ ਇੱਕ ਬਾਡੀ ਸੀਗੀ ਜਿਹੜੀ ਉਹ ਸਾਰੇ ਗੁਰੂ ਧਾਮ ਜਿਹੜੇ ਦੇਖਦੇ ਨੇ SGPC ਦੇ ਨਾਲ ਕੰਮ ਕਰਦੀ ਸੀ। ਹੁਣ ਤੁਸੀਂ ਵੱਖਰੇ ਹੋ ਜਾਓਗੇ, ਵੱਖਰੇ ਤੌਰ ਦੇ ਉੱਤੇ ਇਸ ਨੂੰ ਲੈ ਕੇ ਜਾਣਾ ਤੁਹਾਨੂੰ ਕੀ ਲੱਗਦਾ ਕਿ ਅਲੱਗ ਤੋਂ ਕੰਮ ਕਰਨਾ ਜ਼ਿਆਦਾ ਸੌਖਾ ਰਹੇਗਾ ਜਾਂ ਫਿਰ ਇਕੱਠੇ ਹੋ ਕੇ ਇਕਮੁੱਠ ਰਹਿੰਦੇ ਤਾਂ ਸ਼ਾਇਦ ਜ਼ਿਆਦਾ ਚੰਗੇ ਰਹਿੰਦੇ? ਅਕਾਲੀ ਦਲ ਦਾ ਕਹਿਣਾ ਹੈ ਜਿਸ ਤਰ੍ਹਾਂ ਇੱਕ ਸੂਬੇ ਦੇ ਵਿੱਚ ਹਾਲੇ ਇਸ ਤਰ੍ਹਾਂ ਬਾਡੀ ਵੱਖਰੀ ਕੀਤੀ ਗਈ, ਉਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਬਾਡੀ ਵੱਖਰੀ ਕਰ ਲਿੱਤੀ ਜਾਏਗੀ। ਉਹ ਦਿਨ ਦੂਰ ਨਹੀਂ ਹੈਗਾ ਜਦੋਂ ਵੱਖਰੋ ਵੱਖਰੇ ਗੁਰਦੁਆਰੇ ਨੇ ਤੇ ਵੱਖੋ ਵੱਖਰੀਆਂ ਪਾਰਟੀਆਂ ਬਣ ਜਾਣਗੀਆਂ। ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਸ ਕਰਕੇ ਕਹੇ ਸਾਡਾ ਮਾਰਗਦਰਸ਼ਨ ਕਰੋ, ਵਖਰੇਵੇਂ ਵਾਲੀ ਗੱਲ ਨਾ ਕਰੋ। ਸਾਨੂੰ ਜੇ ਤੁਸੀਂ ਪੰਜਾਬ ਤੋਂ ਵੱਖ ਕੀਤਾ ਤਾਂ ਤੁਸੀਂ ਨੇ ਕੀਤਾ, ਅਸਾਂ ਤਾਂ ਪੰਜਾਬ ਨਹੀਂ ਸੀ ਮੰਗਿਆ। 1966 ਵਿੱਚ ਜਿਹੜਾ ਰੀਓਰਗਨਾਈਜ਼ੇਸ਼ਨ ਐਕਟ ਬਣਿਆ, ਸੈਕਸ਼ਨ 72 ਕਾਲਮ ਨੰਬਰ 3 ਵਿੱਚ ਸਪਸ਼ਟ ਕੀਤਾ ਗਿਆ ਕਿ ਜਦੋਂ ਹਰਿਆਣਾ ਸਟੇਟ ਵੱਖਰੀ ਬਣ ਜਾਏਗੀ ਇਹ ਆਪਣੇ ਗੁਰੂ ਘਰਾਂ ਦਾ ਆਪ ਖੁਦ ਪ੍ਰਬੰਧ ਕਰ ਸਕਦੀ ਤੇ ਆਪਣੀ ਵੱਖਰੀ ਕਮੇਟੀ ਬਣਾ ਸਕਦੀ। ਇਹ ਕਾਨੂੰਨ ਹੈ। ਹੁਣ ਉਹ ਹੋਮ ਮਿਨਿਸਟਰੀ ਨੂੰ ਕਹਿ ਰਹੇ ਨੇ ਕਿ ਤੁਸੀਂ ਸੈਂਟਰ ਸਰਕਾਰ ਦੀ ਰੀਪਟੀਸ਼ਨ ਪਾਓ। ਰੀਪਟੀਸ਼ਨ ਹੁਣ ਸੈਂਟਰ ਕਿਸ ਤਰ੍ਹਾਂ ਪਾਏਗੀ? ਡਬਲ ਜੱਜ ਦਾ ਫੈਸਲਾ ਹੈ। ਮੈਂ ਤਾਂ ਪਹਿਲੇ ਦਿਨ ਦਾ ਕਹਿ ਰਿਹਾ ਧਾਮੀ ਸਾਹਿਬ ਐਵੇਂ ਪੈਸੇ ਕਰੋੜ 2 ਕਰੋੜ ਰੁਪਈਆ ਖਰਚ ਨਾ ਕਰੋ, ਪਟੀਸ਼ਨ ਨਹੀਂ ਚੱਲਣ ਵਾਲੀ। ਸਾਡੇ ਨਾਲ ਤੁਸੀਂ ਵਖਰੇਵਾਂ ਕੀਤਾ, ਜ਼ਬਰਦਸਤੀ ਕੀਤੀ, ਡਿਕਟੇਟਰਸ਼ਿਪ ਕੀਤੀ ਤੁਹਾਡੀਆਂ ਨਲਾਇਕੀਆਂ ਦੀ ਵਜ੍ਹਾ ਤੋਂ। ਮੈਂ ਇਹਦੇ ਸਪਸ਼ਟ ਮੈਨੂੰ ਕੋਈ ਦੋ ਰਾਏ ਨਹੀਂ। ਜਿਹੜੀ ਸ਼੍ਰੋਮਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੋਣ ਦੇ ਜ਼ਿੰਮੇਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਕਹਿਣਾ ਹੈ ਕਿ ਭੂਗੋਲਿਕ ਕਤਲ ਹੋਇਆ HSGPC ਦਾ ਬਣਨਾ। ਮੈਂ ਕਹਿਣਾ ਜਥੇਦਾਰ ਸਾਹਿਬ ਤੁਸੀਂ ਜਥੇਦਾਰ ਹੋ, ਕੌਮ ਨੂੰ ਸੇਧ ਦੇਣ ਵਾਲੇ ਹੋ। ਇਹੋ ਜਿਹੀਆਂ ਕਤਲ ਵਾਲੀਆਂ ਗੱਲਾਂ ਤੁਹਾਡੇ ਮੂੰਹੋਂ ਸ਼ੋਭਾ ਨਹੀਂ ਦਿੰਦੀਆਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲੋਂ ਵੱਖ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਤੇ ਇਸ ਤੋਂ ਬਾਅਦ ਹਰਿਆਣਾ ਦੇ ਵਿੱਚ ਜਿੰਨੇ ਵੀ ਗੁਰੂ ਧਾਮ ਆਉਂਦੇ ਨੇ ਉਹਨਾਂ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਏਗਾ ਤੇ ਕਿਸ ਤਰ੍ਹਾਂ ਰੱਖ ਰਖਾ ਕੀਤਾ ਜਾਏਗਾ, ਹੋਰ ਕੀ ਕੁਝ ਸੋਚ ਕੇ ਰੱਖਿਆ ਹੋਇਆ। ਸਾਡੇ ਨਾਲ ਨਵੇਂ ਬਣਾਏ ਗਏ HSGPC ਦੇ ਪ੍ਰਧਾਨ ਜਗਦੀਸ਼ ਝੀਂਡਾ ਜੀ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ। ਝੀਂਡਾ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਪ੍ਰਧਾਨ ਬਣਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਇੱਥੇ ਦੈਨਿਕ ਸਵੇਰਾ TV ਚੈਨਲ ਨਾਲ ਜੁੜਨ 'ਤੇ ਧੰਨਵਾਦ ਕਰਦਾ ਹਾਂ, ਇਸ ਚੈਨਲ ਦਾ। ਅਤੇ ਜਿਹੜੀ ਇਹਨਾਂ ਨੇ ਅਗਾਂਹ ਸਾਰੇ ਦੁਨੀਆ ਦੇ ਵਿੱਚ ਆਵਾਜ਼ ਉਠਾਉਣੀ, ਇਸ ਕਰਕੇ ਬਹੁਤ ਬਹੁਤ ਧੰਨਵਾਦ। ਪਿਛਲੇ ਅਗਰ ਕੰਮ 'ਤੇ ਝਾਤੀ ਮਾਰੀ ਜਾਏ ਤਾਂ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ, ਉਹ ਬਹੁਤ ਲੰਮੀ ਇੱਕ ਲੜਾਈ ਹੈ ਜਿਹੜੀ ਤੁਸੀਂ ਲੜੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗੀ ਕਿ ਉਸ 'ਤੇ ਚਾਨਣਾ ਪਾਇਆ ਜਾਵੇ ਤਾਂ ਕਿ ਹੋਰ ਵੀ ਜਿਹੜੇ ਹੁਣ ਲੋਕ ਇੱਥੇ ਤੁਹਾਡੇ ਨਾਲ ਜੁੜੇ ਨੇ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਕੁ ਵੱਡਾ ਯੋਗਦਾਨ ਤੁਹਾਡਾ ਰਿਹਾ ਇਸ ਸਾਰੀ ਚੀਜ਼ ਨੂੰ ਕਰਨ ਦੇ ਵਿੱਚ। ਇਸ ਤਰ੍ਹਾਂ ਜੀ, ਮੈਂ 1996 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਲੜਿਆ ਸਰਦਾਰ ਸਿਮਰਤ ਸਿੰਘ ਮਾਨ ਦੀ ਪਾਰਟੀ ਤੋਂ। ਮੇਰੇ ਮੁਕਾਬਲੇ ਵਿੱਚ ਸਰਦਾਰ ਰਘੂਜੀਤ ਸਿੰਘ ਜੀ ਵਿਰਕ ਬਾਦਲ ਅਕਾਲੀ ਦਲ ਤੋਂ ਆਏ। ਮੈਂ ਉਹਨਾਂ ਵਿੱਚੋਂ ਇਲੈਕਟਿਡ ਹੋ ਕੇ ਉਹਨਾਂ ਨਾਲ ਇਲੈਕਸ਼ਨ ਜਿੱਤ ਗਿਆ। ਪਰ ਬਾਦਲ ਸਾਹਿਬ ਉੱਥੇ ਪੰਜਾਬ ਵਿੱਚ ਇਹ ਜਿੱਤ ਗਏ। ਉਹਨਾਂ ਫਿਰ ਆਣ ਕੇ ਇਸ ਮੇਰੇ ਇਲੈਕਸ਼ਨ ਨੂੰ ਟੈਕਨੀਕਲੀ ਤੌਰ 'ਤੇ ਨਾ ਮੰਨਦੇ ਹੋਏ ਦੁਬਾਰਾ ਇਲੈਕਸ਼ਨ ਕਰਵਾਇਆ, ਧੱਕਾ ਕੀਤਾ ਮੇਰੇ ਨਾਲ ਅਤੇ ਮੈਨੂੰ ਦੁਬਾਰਾ ਮੈਂ ਉਸ ਇਲੈਕਸ਼ਨ ਦਾ ਬਾਈਕਾਟ ਕੀਤਾ। 1996 ਦੀ ਗੱਲ ਹੈ। ਅਤੇ ਇਸ ਕਰਕੇ ਇੱਥੋਂ ਰੋਸ ਪੈਦਾ ਹੋਣ ਦੀ ਸਭ ਤੋਂ ਵੱਡੀ ਜੜ ਇੱਥੇ ਪੈਦਾ ਹੋਈ। ਅਤੇ ਉਹ ਜੜ ਪੈਦਾ ਇੰਨੀ ਹੋਈ ਕਿ ਸਾਡੇ ਹਰਿਆਣੇ ਦੇ ਸਿੱਖ ਇਹ ਸੋਚਣ ਲੱਗੇ ਵੀ ਇੱਕ ਹੀ ਸਾਡਾ ਮੁੰਡਾ ਜਹਾਂ ਮੈਂ ਉਸ ਟਾਈਮ 40 ਸਾਲ ਮੇਰੀ ਉਮਰ ਸੀ, ਵੀ ਇੱਕ ਹੀ ਮੁੰਡਾ ਸਾਡਾ ਜਿੱਤ ਕੇ ਸ਼੍ਰੋਮਣੀ ਕਮੇਟੀ ਵਿੱਚ ਗਿਆ ਹੈ ਅਤੇ ਉਹਨੂੰ ਵੀ ਬਾਦਲ ਸਾਹਿਬ ਨੇ ਇੱਥੇ ਧੱਕੇ ਨਾਲ ਹਰਾ ਕੇ ਤੇ ਆਪਣੇ ਰਘੂਜੀਤ ਸਿੰਘ ਵੀਰ ਨੂੰ ਧੱਕੇ ਨਾਲ ਜਿਤਾ ਕੇ ਲੈ ਗਏ ਨੇ। ਉਸ ਤੋਂ ਰੋਸ ਪੈਦਾ ਹੋਇਆ। ਉਸ ਤੋਂ ਬਾਅਦ ਮੈਂ ਪਹਿਲੋਂ ਸਰਦਾਰ ਹਰਬੰਸ ਸਿੰਘ ਜੀ ਡਾਚਰ, ਉਹ ਮੇਰੇ ਨਾਲ ਰਹੇ। ਇਹ ਉਹਨਾਂ ਦੇ ਬੇਟੇ ਨੇ ਸਰਦਾਰ ਮਨਜੀਤ ਸਿੰਘ ਜੀ, ਉਹ ਮੇਰੇ ਨਾਲ ਸਨ। ਉਹਨਾਂ ਬਜ਼ੁਰਗਾਂ ਦਾ ਸਵਰਗਵਾਸ ਹੋ ਗਿਆ।
ਉਹਨਾਂ ਨਾਲ ਮੈਂ ਸਲਾਹ ਕਰਕੇ ਅਸਾਂ ਫਿਰ ਇਸ ਕੰਮ ਨੂੰ ਸ਼ੁਰੂ ਕੀਤਾ। ਤੇ ਸਾਡੇ ਪਹਿਲੇ ਸਰਪ੍ਰਸਤ ਜਿਹੜੇ ਸਨ ਉਹ ਸਰਦਾਰ ਹਰਬੰਸ ਸਿੰਘ ਜੀ ਡਾਚਰ ਸਨ। ਉਹਨਾਂ ਫਿਰ ਮੀਟਿੰਗ ਬੁਲਾ ਕੇ ਇਹ ਜੇ ਪ੍ਰਧਾਨ ਲੜਾਈ ਲੜਨ ਵਾਸਤੇ ਵੀ ਚਲੋ ਤੂੰ ਨੌਜਵਾਨ ਹੈ, ਮੈਂ ਸਰਪ੍ਰਸਤ ਹੋ ਕੇ ਕੰਮ ਕਰਾਂਗਾ ਤੇ ਤੂੰ ਇਹ ਜੇ ਪ੍ਰਧਾਨ ਕੰਮ ਕਰੇਗਾ। ਇਹ ਸਾਡੀ ਸਹਿਮਤੀ ਬਣੀ। ਤੇ ਫਿਰ 1999 ਦੇ ਵਿੱਚ ਸਾਡੀ ਪਹਿਲੀ ਮੀਟਿੰਗ ਪ੍ਰੈਸ ਕਾਨਫਰੰਸ ਹੋਈ। ਉਹਦੇ ਵਿੱਚ ਅਸਲ ਵਿੱਚ ਲੜਾਈ ਫਿਰ 2000 ਦੇ ਵਿੱਚ ਇਹ ਸ਼ੁਰੂ ਹੋਈ ਤੇ 2000 ਤੋਂ ਲੈ ਕੇ 2022 ਤੱਕ 22 ਸਾਲ ਸਾਨੂੰ ਲੰਮਾ ਸੰਘਰਸ਼ ਕਰਨਾ ਪਿਆ। ਬਹੁਤ ਚਿਰ ਦਾ ਦੇਖਿਆ ਜਾ ਰਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਹਰਿਆਣਾ ਦੇ ਵਿੱਚ ਹੈ ਆਪਣਾ ਰੋਲ ਹੈ ਜਿਹੜਾ ਇਸ ਤਰ੍ਹਾਂ ਨਿਭਾ ਰਹੀ ਸੀ ਕਿ ਡਿਪੈਂਡ ਰਹਿਣਾ ਪੈਂਦਾ ਸੀਗਾ। ਹਰਿਆਣਾ ਦੇ ਜਿੰਨੇ ਵੀ ਗੁਰਦੁਆਰਾ ਧਾਮ ਆਪਣੇ ਹੈਗੇ ਨੇ ਉਹਨਾਂ ਨੂੰ ਪ੍ਰਬੰਧਾਂ ਦੇ ਲਈ SGPC ਦੇ ਉੱਤੇ ਡਿਪੈਂਡ ਰਹਿਣਾ ਪੈਂਦਾ ਸੀਗਾ। ਹੁਣ ਜਦੋਂ ਵੱਖਰੀ ਬੋਡੀ ਤੁਹਾਡੀ ਹੋ ਗਈ ਹੈ, ਕਿਸ ਤਰ੍ਹਾਂ ਨਾਲ ਗੁਰਦੁਆਰੇ ਦੇ ਜਿਹੜੇ ਪ੍ਰਬੰਧ ਹੈਗੇ ਨੇ ਸਾਂਭੇ ਜਾਣਗੇ? ਮੈਂ ਇਹਦੇ ਵਿੱਚ ਇਹ ਕਹਾਂਗਾ ਕਿ ਮੈਨੂੰ ਜੇ ਸਾਡੇ ਮਾਣਯੋਗ ਮੈਂਬਰ ਸਾਹਿਬਾਨਾਂ ਨੇ ਇਹ ਮੈਨੂੰ ਦਾਸ ਨੂੰ ਸੇਵਾ ਕਰਨ ਦਾ, ਮੁੱਖ ਸੇਵਾ ਬਣਾਉਣ ਦਾ ਮੌਕਾ ਦਿੱਤਾ ਹੈ ਤੇ ਸਭ ਤੋਂ ਪਹਿਲੋਂ ਤੇ ਅਸੀਂ ਗੁਰੂ ਘਰ ਵਿੱਚ ਗੁਰੂ ਘਰ ਦੇ ਵਾਸਤੇ 60% ਦਾ ਬਜਟ ਜਿਹੜਾ ਐਜੂਕੇਸ਼ਨ 'ਤੇ ਖਰਚ ਕਰਾਂਗੇ, 30% ਅਸੀਂ ਹੈਲਥ 'ਤੇ ਖਰਚ ਕਰਾਂਗੇ ਤੇ 10% ਵਿੱਚੋਂ 5% ਅਸੀਂ ਨੌਜਵਾਨਾਂ ਨੂੰ ਖਰਚ ਕਰਾਂਗੇ ਬਜਟ ਦਾ। ਕਿਉਂਕਿ 200 ਕਰੋੜ ਦੇ ਲਗਭਗ ਇਹ ਬਜਟ ਹਰਿਆਣੇ ਦਾ ਹੈ, ਜਿਹਦੇ ਵਿੱਚੋਂ ਜਿੱਥੇ ਸਾਡੇ ਬੱਚੇ ਪਤਿਤ ਹੋ ਰਹੇ ਨੇ, ਨਸ਼ੇ ਕਰ ਰਹੇ ਨੇ, ਉਹਨਾਂ ਨੂੰ ਸੁਧਾਰਨ ਵਾਸਤੇ ਅਸੀਂ ਨੌਜਵਾਨਾਂ ਵਾਸਤੇ ਸਪੈਸ਼ਲ ਤੌਰ 'ਤੇ ਇਹਦੇ ਵਿੱਚੋਂ ਬਜਟ ਰੱਖਿਆ ਜਾਏਗਾ। ਚਿੰਡਾ ਸਾਹਿਬ, ਹੋਰ ਵੀ ਕਈ ਤਰ੍ਹਾਂ ਦੀਆਂ ਜਿਵੇਂ ਤੁਹਾਨੂੰ ਇਹਦੇ ਵਿੱਚ ਪ੍ਰਬੰਧਾਂ ਦੀ ਜਿਹੜੀ ਦੇਖ ਰੇਖ ਹੈ ਉਹ ਕਰਨੀ ਪਏਗੀ, ਕਿਉਂਕਿ ਦੇਖਿਆ ਜਾ ਰਿਹਾ ਕਿ ਜਿੰਨੇ ਵੀ ਹੁਣ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਨੇ ਜਿਹੜੇ ਜਾਂ ਮੈਨੇਜਮੈਂਟ ਨੇ ਜਿਹੜੇ ਜਾਂ ਫਿਰ ਪਾਠੀ ਨੇ ਆਪਣੇ ਹੋਰ ਵੀ ਜਿੰਨੇ ਉੱਥੇ ਸਾਰੇ ਸੇਵਾ ਸੰਭਾਲ ਰਹੇ ਨੇ ਉਹ ਖਾਸ ਤੌਰ 'ਤੇ ਆ ਤਾਂ ਪੰਜਾਬ ਤੋਂ ਹੈਗੇ ਨੇ, ਹਰਿਆਣੇ ਦੇ ਬਹੁਤ ਘੱਟ ਨੇ। ਉਹਨਾਂ ਦਾ ਫਿਰ ਕੀ ਕੀਤਾ ਜਾਏਗਾ ਕਿ ਉਹਨਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਜਾਏਗਾ ਜਾਂ ਫਿਰ ਇਸੇ ਦੇ ਵਿੱਚ ਉਹਨਾਂ ਤੋਂ ਸੇਵਾ ਲਈ ਜਾਏਗੀ? ਇਸ ਟਾਈਮ ਜੀ ਜਿਹੜੇ ਸਾਡੇ ਮੁਲਾਜ਼ਮ ਚਾਹੇ ਪੰਜਾਬ ਦੇ ਨੇ ਜਾਂ ਹਰਿਆਣੇ ਦੇ ਨੇ ਉਹ ਪਹਿਲੋਂ ਸ਼੍ਰੋਮਣੀ ਕਮੇਟੀ ਅੰਦਰ ਕੰਮ ਕਰਦੇ ਸਨ। ਹੁਣ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਥੱਲੇ ਕੰਮ ਕਰਨਗੇ। ਅਸੀਂ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਾਂਗੇ। ਪਹਿਲੀ ਤਾਂ ਗੱਲ ਅਸੀਂ ਇਹ ਕਰਾਂਗੇ ਕਿ ਜਿਹੜੇ ਪੰਜਾਬ ਦੇ ਸਾਡੇ ਮੁਲਾਜ਼ਮ ਇੱਥੇ ਲੱਗੇ ਨੇ, ਜੇ ਪੰਜਾਬ ਜਾਣਾ ਚਾਹੁੰਦੇ ਨੇ ਤੇ ਉਹ ਚਲੇ ਜਾਣ, ਸਾਨੂੰ ਕੋਈ ਦਿੱਕਤ ਨਹੀਂ। ਤੇ ਜਿਹੜੇ ਹਰਿਆਣੇ ਦੇ ਪੰਜਾਬ ਵਿੱਚ ਮੁਲਾਜ਼ਮ ਨੇ ਉਹ ਜੇ ਇੱਥੇ ਆਉਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਆਪੇ 'ਚ ਮਿਊਚੁਅਲ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੇ ਗੁਰਦੁਆਰਾ ਸਾਹਿਬ ਹਰਿਆਣਾ ਦੇ ਵਿੱਚ ਹੈਗੇ ਨੇ ਜੋ ਕਿ ਪਹਿਲਾਂ SGPC ਦੇ ਹੇਠਾਂ ਆਉਂਦੇ ਸੀ ਤੇ ਹੁਣ HSGPC ਦੇ ਹੇਠਾਂ ਆ ਜਾਣਗੇ? ਉਹ ਟੋਟਲ 52 ਔਨ ਦੀ ਰਿਕਾਰਡ 52 ਨੇ, ਆਫ ਦੀ ਰਿਕਾਰਡ 72 ਨੇ। ਪਰ ਮੇਰਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਅਸੀਂ ਵਿਚਰ ਰਹੇ ਹਾਂ ਇਹ 72 ਤੋਂ ਵੀ ਸੰਖਿਆ ਵੱਧ ਜਾਏਗੀ, ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਹਾਲੇ ਤੱਕ ਗੁਰੂ ਘਰਾਂ ਦਾ ਇਹ ਨਿਸ਼ਾਨਦੀ ਨਹੀਂ ਕਰਵਾ ਸਕੀ। ਹੁਣ ਆਉਣ ਦੀ ਰਿਕਾਰਡ 52 ਨੇ, ਅਜੇ ਤੱਕ ਸਾਨੂੰ 52 ਦਾ ਜਿਹੜਾ ਹੈ ਉਹ ਚਾਰ ਸੰਭਾਲਿਆ ਜਾਏਗਾ। ਕਿਸ ਤਰ੍ਹਾਂ ਦਾ ਬਦਲਾਵ ਤੁਸੀਂ ਇਸ ਨੂੰ ਦੇਖਦੇ ਹੋ? ਕਿਉਂਕਿ ਪਹਿਲਾਂ ਇੱਕ ਬਾਡੀ ਸੀਗੀ ਜਿਹੜੀ ਉਹ ਸਾਰੇ ਗੁਰੂ ਧਾਮ ਜਿਹੜੇ ਦੇਖਦੇ ਨੇ SGPC ਦੇ ਨਾਲ ਕੰਮ ਕਰਦੀ ਸੀ, ਹੁਣ ਤੁਸੀਂ ਵੱਖਰੇ ਹੋ ਜਾਓਗੇ। ਵੱਖਰੇ ਤੌਰ ਦੇ ਉੱਤੇ ਇਸ ਨੂੰ ਲੈ ਕੇ ਜਾਣਾ ਤੁਹਾਨੂੰ ਕੀ ਲੱਗਦਾ ਕਿ ਅਲੱਗ ਤੋਂ ਕੰਮ ਕਰਨਾ ਜ਼ਿਆਦਾ ਸੌਖਾ ਰਹੇਗਾ ਜਾਂ ਫਿਰ ਇਕੱਠੇ ਹੋ ਕੇ ਇਕਮੁੱਠ ਰਹਿੰਦੇ ਤਾਂ ਸ਼ਾਇਦ ਜ਼ਿਆਦਾ ਚੰਗੇ ਰਹਿੰਦੇ? ਇਸ ਤਰ੍ਹਾਂ ਜੀ, ਮੈਂ ਪਹਿਲੋਂ ਵੀ ਕਹਿ ਚੁੱਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ, ਸਾਡੀ ਸਟੇਟ ਬੋਡੀ ਹੈ। ਮੈਂ ਧਾਮੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਪਾਰਲੀਮੈਂਟ ਬਣ ਕੇ ਤੁਸੀਂ ਸਾਡੇ ਪ੍ਰਧਾਨ ਮੰਤਰੀ ਹੋ, ਸਟੇਟ ਬੋਡੀ ਦਾ ਜਿਹੜਾ ਐਜ ਏ ਮੁੱਖ ਮੰਤਰੀ ਬਣੇਗਾ ਤੇ ਤੁਸੀਂ ਆਓ, ਚੰਗਾ ਲੱਗੇਗਾ। ਆਪਣੇ ਸਾਨੂੰ ਗੁਰੂ ਧਾਮਾਂ ਦਾ ਸੁਪਰੀਮ ਕੋਰਟ ਦੇ ਮਾਨੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਦੇ ਹਾਂ, ਆਓ ਆਪਣੀ ਹੱਥੀਂ ਤੁਸੀਂ ਸਾਨੂੰ ਚਾਰਜ ਦੇ ਕੇ ਜਾਓ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਵੀ ਪਰਸੋਂ ਅੱਧਾ ਘੰਟਾ ਗੱਲ ਕੀਤੀ ਹੈ, ਦਲਜੀਤ ਸਿੰਘ ਚੀਮਾ ਨਾਲ ਵੀ ਕੀਤੀ, ਧਾਮੀ ਸਾਹਿਬ ਨਾਲ ਵੀ ਕੀਤੀ। ਮੈਂ ਕਿਹਾ ਕਿ ਆਪਾਂ ਹੁਣ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੁਸੀਂ ਮੰਨਦੇ ਹੋਏ ਆ, ਤੁਸੀਂ ਸਾਡੇ ਵੱਡੇ ਭਰਾ ਹੋ, ਇਹ ਜੇ ਪਾਰਲੀਮੈਂਟ ਹੋ ਤੁਸੀਂ। ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਜਿਸ ਦਿਨ ਚਾਰਜ ਦੇਣ ਉਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿੱਚ ਹੋਣ। ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਕੇ ਆਇਆ ਵਾਂ, ਸਾਰੇ ਜਥੇਦਾਰਾਂ ਨੂੰ ਬੇਨਤੀ ਕਰਾਂਗਾ ਕਿ ਜਿਸ ਦਿਨ ਸਾਨੂੰ ਚਾਰਜ ਮਿਲਣਾ ਹੈ, 5 ਤਖਤਾਂ ਦੇ ਜਥੇਦਾਰ ਸਾਹਿਬਾਨ ਇੱਥੇ ਮੌਜੂਦ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ, ਤਾਂ ਕਿ ਦੁਨੀਆ ਦੇ ਵਿੱਚ ਇੱਕ ਬਹੁਤ ਮੈਸੇਜ ਚੰਗਾ ਜਾਏ ਕਿ ਧਰਮ ਦੇ ਤੌਰ 'ਤੇ ਸਾਰੇ ਸਿੱਖ ਇਕੱਠੇ ਨੇ। ਅਤੇ ਜਿਹੜੇ ਆਪਾਂ ਕਹਿ ਰਹੇ ਹਾਂ ਕਿ ਸਾਨੂੰ BJP ਵੰਡੀਆਂ ਪਾ ਰਹੀ ਹੈ ਜਾਂ ਕਾਂਗਰਸ ਵੰਡੀਆਂ ਪਾ ਰਹੀ ਹੈ ਜਾਂ ਹਮਾਰੀ ਪਾਰਟੀ ਵੰਡੀਆਂ ਪਾ ਰਹੀ ਹੈ, ਰਾਜਨੀਤਿਕ ਸਾਨੂੰ ਲੋਕ ਵੰਡ ਰਹੇ ਨੇ, ਇਹ ਆਪਾਂ ਵਿਖਾਵਾ ਨਾ ਹੋਣ ਦਈਏ। ਆਪਾਂ ਧਰਮ ਦੇ ਤੌਰ 'ਤੇ ਇਕੱਠੇ ਹੋ ਜਾਈਏ, ਰਾਜਨੀਤਿਕ ਤੌਰ 'ਤੇ ਆਪੋ ਜਿੱਥੇ ਮਰਜ਼ੀ ਕਰੇ ਆਪਣਾ ਕੰਮ।
ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਹੈ, ਬਾਦਲ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਹੈ। ਚਲੋ ਮੈਂ ਉਹਨਾਂ ਅੱਗੇ ਇਹਦੇ ਵੀ ਹੱਥ ਜੋੜ ਕੇ ਬੇਨਤੀ ਕਰਨਾ, ਤੁਸੀਂ ਸਾਡੇ ਵੱਡੇ ਭਰਾ ਹੋ, ਤੁਸੀਂ ਸੁਪਰੀਮੋ ਹੋ, ਆਓ ਰਲ ਮਿਲ ਕੇ ਚੱਲੀਏ ਤੇ ਇਸ ਕੰਮ ਨੂੰ ਚਲਾਈਏ। ਅਕਾਲੀ ਦਲ ਦਾ ਕਹਿਣਾ ਹੈ ਜਿਸ ਤਰ੍ਹਾਂ ਇੱਕ ਸੂਬੇ ਦੇ ਵਿੱਚ ਹਾਲੇ ਇਸ ਤਰ੍ਹਾਂ ਬਾਡੀ ਵੱਖਰੀ ਕੀਤੀ ਗਈ, ਉਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਬਾਡੀ ਵੱਖਰੀ ਕਰ ਲਿੱਤੀ ਜਾਏਗੀ। ਉਹ ਦਿਨ ਦੂਰ ਨਹੀਂ ਹੈਗਾ ਜਦੋਂ ਵੱਖਰੋ ਵੱਖਰੇ ਗੁਰਦੁਆਰੇ ਨੇ ਤੇ ਵੱਖੋ ਵੱਖਰੀਆਂ ਪਾਰਟੀਆਂ ਬਣ ਜਾਣਗੀਆਂ। ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਹੈ 23 ਤੋਂ ਮੇਰਾ ਖਿਆਲ ਹੈ ਕਿੰਨੇ ਸਟੇਟਾਂ ਨੇ। ਅਸੂਲ ਹੈ ਪਾਰਲੀਮੈਂਟ ਅਸੀਂ ਕਹਿ ਰਹੇ ਹਾਂ ਪਾਰਲੀਮੈਂਟ ਵਾਲਾ ਕੰਮ ਕਰੋ। ਸਟੇਟ ਬੋਡੀਆਂ ਇਹ ਸਾਰੇ ਹਿੰਦੁਸਤਾਨ ਵਿੱਚ ਵਿਧਾਨ ਸਭਾ ਬਣੀਆਂ ਨੇ ਵੱਖਰੀਆਂ, ਉਹਦੇ ਵਿੱਚ ਜੇ ਉਹ ਸਟੇਟ ਨੂੰ ਅਧਿਕਾਰ ਦਿੱਤੇ ਜਾਣਗੇ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਮੰਗਦੇ ਨੇ ਤੇ ਚੰਗੀ ਗੱਲ ਹੈ। ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ, ਆਲ ਇੰਡੀਆ ਗੁਰਦੁਆਰਾ ਐਕਟ ਦੇ ਅਨੁਸਾਰ ਪਾਰਲੀਮੈਂਟ ਤੁਸੀਂ ਰਹੀ ਜਾਓਗੇ ਤੇ ਸਟੇਟ ਬੋਡੀਆਂ ਸਾਰੇ ਹਿੰਦੁਸਤਾਨ 'ਚ ਬਣਾ ਦਿਓ ਤੇ ਸਾਰੇ ਰਲ ਮਿਲ ਕੇ ਕੰਮ ਕਰਾਂਗੇ, ਇੱਕ ਦੂਜੇ ਦਾ ਸਹਿਯੋਗ ਲਾਂਗੇ। ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਸ ਕਰਕੇ ਕਹੇ ਸਾਡਾ ਮਾਰਗਦਰਸ਼ਨ ਕਰੋ, ਵਖਰੇਵੇਂ ਵਾਲੀ ਗੱਲ ਨਾ ਕਰੋ। ਸਾਨੂੰ ਜੇ ਤੁਸੀਂ ਪੰਜਾਬ ਤੋਂ ਵੱਖ ਕੀਤਾ ਤਾਂ ਤੁਸੀਂ ਨੇ ਕੀਤਾ, ਅਸਾਂ ਤਾਂ ਪੰਜਾਬ ਨਹੀਂ ਸੀ ਮੰਗਿਆ। ਤੇ ਜੇ ਪੰਜਾਬ ਤੁਸੀਂ ਵੱਖ ਕਰ ਲਿਆ, ਹਰਿਆਣਾ ਸਟੇਟ ਵੱਖ ਕਰ ਦਿੱਤੀ ਤੇ ਆਪਣਾ ਰੀਆਰਗਨਾਈਜੇਸ਼ਨ ਐਕਟ ਵੇਖ ਲਓ। 1966 ਵਿੱਚ ਜਿਹੜਾ ਰੀਆਰਗਨਾਈਜੇਸ਼ਨ ਐਕਟ ਬਣਿਆ, ਸੈਕਸ਼ਨ 72 ਕਾਲਮ ਨੰਬਰ 3 ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਹਰਿਆਣਾ ਸਟੇਟ ਵੱਖਰੀ ਬਣ ਜਾਏਗੀ ਇਹ ਆਪਣੇ ਗੁਰੂ ਘਰਾਂ ਦਾ ਆਪ ਖੁਦ ਪ੍ਰਬੰਧ ਕਰ ਸਕਦੀ ਤੇ ਆਪਣੀ ਵੱਖਰੀ ਕਮੇਟੀ ਬਣਾ ਸਕਦੀ। ਇਹ ਕਾਨੂੰਨ ਵਿੱਚ ਲਿਖਿਆ ਹੈ। ਐਸਜੀਪੀਸੀ ਵਾਲਿਆਂ ਦਾ ਕਹਿਣਾ, ਧਾਮੀ ਜੀ ਕਹਿੰਦੇ ਨੇ ਕਿ ਅਸੀਂ ਰਿਵਿਊ ਪਟੀਸ਼ਨ ਹੈ ਜਿਹੜੀ ਪਾਵਾਂਗੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ। ਹਾਂਜੀ, ਉਹਨਾਂ ਅੱਜ ਤੋਂ 2 ਦਿਨ ਪਹਿਲਾਂ ਰਿਵਿਊ ਪਟੀਸ਼ਨ 3 ਦਿਨ ਪਹਿਲਾਂ ਰਿਵਿਊ ਪਟੀਸ਼ਨ ਪਾਈ ਸੀ ਤੇ 2 ਦਿਨ ਪਹਿਲਾਂ ਉਹਨਾਂ ਦੀ ਰਿਵਿਊ ਪਟੀਸ਼ਨ ਖਾਰਜ ਹੋ ਚੁੱਕੀ ਹੈ। ਹੁਣ ਇਹ ਨਹੀਂ ਕਹਿ ਰਹੇ ਕਿ ਅਸੀਂ ਫਿਰ ਦੁਬਾਰਾ ਪਾਵਾਂਗੇ, ਉਹਨਾਂ ਦੀ ਖਾਰਜ ਹੋ ਚੁੱਕੀ ਹੈ ਰਿਵਿਊ। ਹੁਣ ਉਹ ਹੋਮ ਮਿਨਿਸਟਰੀ ਨੂੰ ਕਹਿ ਰਹੇ ਨੇ ਕਿ ਤੁਸੀਂ ਸੈਂਟਰ ਸਰਕਾਰ ਦੀ ਰਿਵਿਊ ਪਟੀਸ਼ਨ ਪਾਓ। ਰਿਵਿਊ ਪਟੀਸ਼ਨ ਹੁਣ ਸੈਂਟਰ ਕਿਸ ਤਰ੍ਹਾਂ ਪਾਏਗੀ? ਡਬਲ ਜੱਜ ਦਾ ਫੈਸਲਾ ਹੈ। ਮੈਂ ਤਾਂ ਪਹਿਲੇ ਦਿਨ ਦਾ ਕਹਿ ਰਿਹਾ ਧਾਮੀ ਸਾਹਿਬ ਐਵੇਂ ਪੈਸੇ ਕਰੋੜ 2 ਕਰੋੜ ਰੁਪਈਆ ਖਰਚ ਨਾ ਕਰੋ, ਪਟੀਸ਼ਨ ਨਹੀਂ ਚੱਲਣ ਵਾਲੀ। ਸਿੰਗਲ ਜੱਜ ਦੇ ਇਹ ਫੈਸਲੇ 'ਤੇ ਰਿਵਿਊ ਪਟੀਸ਼ਨ ਪਾਈ ਸਕਦੀ, ਸਾਡੀ ਡਬਲ ਜੱਜ 'ਤੇ ਗੱਲ ਸੁਣੀ ਜਾਏ। ਜਦੋਂ ਡਬਲ ਜੱਜ ਫੈਸਲਾ ਕਰਦਾ ਹੈ ਫਿਰ ਇਹ ਰਿਵਿਊ ਪਟੀਸ਼ਨ ਨਹੀਂ ਪੈਂਦੀ, ਉਹਨੇ ਜਾਂਦਿਆਂ ਦੀ ਖਾਰਜ ਹੋ ਗਈ। ਹੁਣ ਉਹ ਹੋਮ ਮਿਨਿਸਟਰੀ ਨੂੰ ਕਹਿ ਰਹੇ, ਇਹ ਸਿਰਫ ਸੰਗਤ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ, ਇਹ ਗੁੰਮਰਾਹ ਕਰ ਰਹੇ ਨੇ। ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸਾਂ, ਬੜੇ ਹੋਰ ਤਰ੍ਹਾਂ ਦੇ ਬਿਆਨ ਦੇ ਰਹੇ ਨੇ। ਉਹ ਕਹਿ ਰਹੇ ਨੇ ਕਿ ਅਸੀਂ 4 ਤਰੀਕ ਨੂੰ DC ਅੰਮ੍ਰਿਤਸਰ ਨੂੰ ਦੇਵਾਂਗੇ। ਕਮੇਟੀ ਹਰਿਆਣੇ ਦੀ ਵੱਖਰੀ ਹੋਈ ਹੈ, ਦੇ ਰਹੇ DC ਅੰਮ੍ਰਿਤਸਰ ਨੂੰ। ਇਹ ਕੋਈ ਤੁੱਕ ਬਣਦਾ? ਆਓ ਤੁਸੀਂ ਜੇ ਦੇਣਾ ਤੇ ਕੁਰਕਸ਼ੇਤਰ DC ਨੂੰ ਦਿਓ, ਜਿਹਨੇ ਸਾਨੂੰ ਸਹੁੰ ਚੁਕਾਈ 41 ਮੈਂਬਰਾਂ ਨੂੰ 2014 'ਚ। ਮਾਨਨੀय ਹੁੱਡਾ ਸਾਹਿਬ ਨੇ ਕਮੇਟੀ ਬਣਾਈ, ਉਹਨਾਂ 11 ਜੁਲਾਈ 2014 ਦਾ ਐਕਟ ਬਣਾਇਆ। ਉਸ ਐਕਟ ਨੂੰ ਪ੍ਰਵਾਨਗੀ ਮਾਨਨੀय ਸੁਪਰੀਮ ਕੋਰਟ ਨੇ ਦਿੱਤੀ ਤੇ DC ਸਾਹਿਬ ਨੇ ਸਾਨੂੰ 41 ਮੈਂਬਰਾਂ ਨੂੰ ਸਹੁੰ ਚੁਕਾਈ। ਇਹ ਜੇ ਮੁੱਖ ਸੇਵਾਦਾਰ ਮੈਨੂੰ DC ਸਾਹਿਬ ਨੇ ਚੁਕਾਈ, ਮੈਂ ਆਪਣਾ ਹਾਊਸ ਐਗਜ਼ੈਕਟਿਵ ਕਮੇਟੀ ਬਣਾਈ। ਤੇ ਤੁਸੀਂ ਜੇ ਇਹ ਗੱਲ ਕਰਨੀ ਹਰਿਆਣੇ ਵਿੱਚ ਆਣ ਕੇ ਕਰੋ, ਹਰਿਆਣੇ ਦੇ ਸਿੱਖਾਂ ਨੂੰ ਲੈ ਕੇ ਕਰੋ। ਤੁਹਾਡੇ ਹਰਿਆਣੇ ਦੇ ਵਿੱਚ ਆਪਣੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਆਓ ਉਹਨਾਂ ਨਾਲ ਲੈ ਕੇ ਕਰੋ ਹਰਿਆਣੇ ਦੇ ਵਿੱਚ ਸੰਘਰਸ਼। ਤੁਸੀਂ ਪੰਜਾਬ ਵਿੱਚ ਕਿਉਂ ਸੰਘਰਸ਼ ਕਰਦੇ ਹੋ? ਕਦੀ ਕਹਿੰਦੇ ਨੇ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਾਂਗੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਇਹਨਾਂ ਤਰੀਕਣਾ ਚਾਹੁੰਦੇ ਹੋ, ਵਿੱਚ ਕੌਮ ਨੂੰ ਵਖਰੇਵਾਂ ਪਹੁੰਚਾਉਣਾ ਚਾਹੁੰਦੇ ਹੋ। ਵੀ ਸਾਡੇ ਗੁਰੂ ਇੱਕ ਨੇ, ਸਾਰੀ ਦੁਨੀਆ ਭਰ ਦੇ ਗੁਰੂ ਇੱਕ ਨੇ, ਗੁਰੂਆਂ ਦੇ ਗੁਰਦੁਆਰੇ ਇੱਕ ਨੇ, ਤੇ ਤੁਸੀਂ ਇਹ ਵੰਡੀਆਂ ਕਿੱਥੇ ਪਾ ਦਿੱਤੀਆਂ ਵੀ ਆਹ ਗੁਰੂ ਸਾਡੇ ਤੇ ਆਹ ਗੁਰੂ ਤੁਹਾਡੇ, ਅਕਾਲ ਤਖਤ ਸਾਡਾ ਤੇ ਅਕਾਲ ਤਖਤ ਦੇ ਤੁਸੀਂ ਕੋਈ ਨਹੀਂ ਲੱਗਦੇ। ਅਕਾਲ ਤਖਤ ਸਾਹਿਬ ਤੇ ਦੁਨੀਆ ਦਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਹੈ, ਅਕਾਲ ਤਖਤ ਸਾਹਿਬ ਸਾਡੇ ਸੁਪਰੀਮ ਕੋਰਟ ਸਿੱਖਾਂ ਦਾ। ਇਸ ਕਰਕੇ ਸੁਪਰੀਮ ਕੋਰਟ ਕਦੀ ਵੰਡਿਆ ਜਾ ਸਕਦਾ ਕਿ ਇਹ ਪਾਰਲੀਮੈਂਟ ਕਦੀ ਵੰਡੀ ਜਾ ਸਕਦੀ? ਤੁਸੀਂ ਕਰੋ ਆਪਣੇ ਕੰਮ ਪਾਰਲੀਮੈਂਟ ਦਾ, ਕਰੋ ਹਿੰਦੁਸਤਾਨ ਸਾਰੇ ਵਿੱਚ, ਸਾਰੀ ਦੁਨੀਆ 'ਚ ਵਿਚਰੋ, ਤੁਸੀਂ ਇਹ ਕਰੋ ਧਰਮ ਪ੍ਰਚਾਰ। ਸਾਡੇ ਨਾਲ ਤੁਸੀਂ ਵਖਰੇਵਾਂ ਕੀਤਾ, ਜ਼ਬਰਦਸਤੀ ਕੀਤੀ, ਡਿਕਟੇਟਰਸ਼ਿਪ ਕੀਤੀ ਤੁਹਾਡੀਆਂ ਨਲਾਇਕੀਆਂ ਦੀ ਵਜ੍ਹਾ ਤੋਂ। ਮੈਂ ਇਹਦੇ ਸਪਸ਼ਟ, ਮੈਨੂੰ ਕੋਈ ਦੋ ਰਾਏ ਨਹੀਂ, ਇਹ ਜਿਹੜੀ ਸ਼੍ਰੋਮਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੋਣ ਦੇ ਜ਼ਿੰਮੇਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਜੇ ਕਿਤੇ ਉਹਨਾਂ ਸਾਨੂੰ ਛੋਟੇ ਭਰਾ ਹੋ ਕੇ ਮੰਨਿਆ ਹੁੰਦਾ, ਅਸੀਂ ਤਾਂ ਉਹਨਾਂ ਕੋਲ ਆਟੋਨਮੀ ਪਾਵਰ ਮੰਗਦੇ ਰਹੇ। 5 ਸਾਲ ਅਸੀਂ 2000 ਤੋਂ ਲੈ ਕੇ 2005 ਤੱਕ ਸਾਡੀਆਂ ਬਾਦਲ ਸਾਹਿਬ ਨਾਲ ਮੀਟਿੰਗਾਂ ਹੋਈਆਂ, ਬੀਬੀ ਜਗੀਰ ਕੌਰ ਨਾਲ ਹੋਈਆਂ, ਟੌੜਾ ਸਾਹਿਬ ਨਾਲ ਮੀਟਿੰਗਾਂ ਹੋਈਆਂ, ਮੱਕੜ ਸਾਹਿਬ ਨਾਲ ਮੀਟਿੰਗਾਂ ਹੋਈਆਂ, ਬਾਦਲ ਸਾਹਿਬ ਨਾਲ ਮੀਟਿੰਗਾਂ ਹੋਈਆਂ। ਸਾਰਿਆਂ ਕੋਲੋਂ ਅਸੀਂ ਕੇਵਲ 5 ਸਾਲ ਆਟੋਨਮੀ ਪਾਵਰ ਮੰਗਦੇ ਰਹੇ ਤੇ ਸਾਡੇ ਜਿਹੜੇ ਮੈਂਬਰ ਸਨ ਉਹਨਾਂ ਵਿੱਚੋਂ 11 ਮੈਂਬਰਾਂ ਦਾ ਚੇਅਰਮੈਨ ਮੰਗਦੇ ਰਹੇ। ਤੇ ਅਸਾਂ ਕਿਹਾ ਵੀ ਬਜਟ ਅਸੀਂ ਤਿਆਰ ਕਰਾਂਗੇ, ਪ੍ਰਧਾਨ ਤੁਹਾਨੂੰ ਮੰਨਾਂਗੇ, ਚੇਅਰਮੈਨ ਸਾਨੂੰ ਮੰਨ ਲਓ ਤੇ ਆਟੋਨਮੀ ਪਾਵਰ ਸਾਨੂੰ ਦੇ ਦਿਓ ਤੇ ਪ੍ਰਬੰਧ ਸਾਰਾ ਤੁਸੀਂ ਕਰੀ ਜਾਓ ਧਾਰਮਿਕ ਤੌਰ ਤੇ। ਅਕਾਲ ਤਖਤ ਦੀ ਤੁਸੀਂ ਗੱਲ ਕੀਤੀ, ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਕਹਿਣਾ ਹੈ ਕਿ ਭੂਗੋਲਿਕ ਕਤਲ ਹੋਇਆ HSGPC ਦਾ ਬੰਨਾ।
ਮੈਂ ਕਹਿਣਾ ਜਥੇਦਾਰ ਸਾਹਿਬ ਤੁਸੀਂ ਜਥੇਦਾਰ ਹੋ, ਕੌਮ ਨੂੰ ਸੇਧ ਦੇਣ ਵਾਲੇ ਹੋ, ਇਹੋ ਜਿਹੀਆਂ ਕਤਲ ਵਾਲੀਆਂ ਗੱਲਾਂ ਤੁਹਾਡੇ ਮੂੰਹੋਂ ਸ਼ੋਭਾ ਨਹੀਂ ਦਿੰਦੀਆਂ। ਮੈਂ ਤੇ ਬੜੇ ਕਨਵਾਣਾ ਜਿਹਾ ਸਿੱਖ ਹਾਂ, ਤੁਸੀਂ ਜਥੇਦਾਰ ਹੋ, ਕੌਮ ਨੂੰ ਸੇਧ ਦੇਣੀ। ਜੇ ਤੁਸੀਂ ਆਪਣੇ ਮੂੰਹੋਂ ਕਤਲ ਵਾਲੀਆਂ ਗੱਲਾਂ ਕਹੋਗੇ ਤਾਂ ਸਿੱਖਾਂ 'ਚ ਕੀ ਮੈਸੇਜ ਜਾਏਗਾ? ਕਿਰਪਾ ਕਰੋ ਇਹੋ ਜਿਹੇ ਮੂੰਹ ਬਚਨ ਨਾ ਕੱਢੋ। ਦਾਦੂਵਾਲ ਸਾਹਿਬ ਦਾ ਤੁਹਾਡੇ ਨਾਲ ਕੀ ਵੱਖਰੇਵਾਂ ਰਿਹਾ? ਉਹ ਵੱਖਰੇ ਹੋ ਗਏ, ਤੁਹਾਨੂੰ ਅਚਾਨਕ ਰਾਤੋਂ ਰਾਤ ਪ੍ਰਧਾਨ ਬਣਾ ਦਿੱਤਾ ਗਿਆ, ਉਹਨਾਂ ਨੂੰ ਬਦਲ ਦਿੱਤਾ ਗਿਆ, ਤੇ ਹੁਣ ਉਹ ਕਹਿੰਦੇ ਨੇ ਕਿ ਮੈਂ ਹੀ ਪ੍ਰਧਾਨ ਹਾਂ। ਕੀ ਰੋਲ ਹੈ ਹੁਣ, ਕਿਸ ਨੂੰ ਮੰਨਿਆ ਜਾਏ? ਹਾਲਾਂਕਿ ਸਹੁੰ ਤੁਹਾਨੂੰ ਚੁਕਾਈ ਗਈ ਦੁਬਾਰਾ ਜਦੋਂ ਆ ਸਾਰਾ ਕੁਝ ਹੋਇਆ, ਤੇ ਕੀ ਮਨਮੁਟਾਵ ਚੱਲ ਰਿਹਾ ਦੋਹਾਂ 'ਚ? ਇਸ ਤਰ੍ਹਾਂ ਜੀ, ਮੇਰੇ ਬਿਮਾਰ ਹੋਣ ਕਾਰਨ ਮੈਂ ਮੰਜੀ 'ਤੇ ਇੰਨਾ ਬਿਮਾਰ ਹੋ ਗਿਆ, ਮੇਰਾ 25 ਕਿਲੋ ਵਜ਼ਨ ਰਹਿ ਗਿਆ। ਮੈਨੂੰ ਮੈਂਬਰ ਸਾਹਿਬਾਨ ਕਰਨ ਲੱਗੇ ਵੀ ਤੂੰ ਕੰਮ ਕਰ ਸਕਣਾ। ਮੈਂ ਕਿਹਾ ਮੈਂ ਕੰਮ ਨਹੀਂ ਕਰ ਸਕਦਾ। ਕੰਮ ਚਲਾਉਣ ਵਾਸਤੇ, ਗੁਰੂ ਘਰ ਦਾ ਪ੍ਰਬੰਧ ਕਰਨ ਵਾਸਤੇ ਸਾਨੂੰ ਕਿਸੇ ਨਾ ਕਿਸੇ ਨੂੰ ਤੇ ਕੰਮ ਸੌਂਪਣਾ ਪੈਣਾ ਸੀ। ਅਸਾਂ ਉਹਨਾਂ ਨੂੰ ਕੰਮ ਸੌਂਪਣ ਵਾਸਤੇ ਇਹ ਕਿਹਾ ਵੀ ਚਲੋ ਤੁਸੀਂ ਦਮਦਮੀ ਟਕਸਾਲ ਸਾਹਿਬ ਦੇ ਪੜ੍ਹੇ ਹੋ, ਗੁਰਸਿੱਖ ਹੋ, ਪਹਿਲੋਂ ਤੁਸੀਂ ਕਥਾਵਾਚਕ ਵੀ ਬੜੇ ਵੱਡੇ ਰਹੇ ਹੋ, ਅਤੇ ਤੁਹਾਨੂੰ ਪ੍ਰਬੰਧ ਤੁਸੀਂ ਸੰਭਾਲ ਸਕਦੇ ਹੋ, ਚੰਗਾ ਪ੍ਰਬੰਧ ਸੰਭਾਲ ਸਕਦੇ ਹੋ, ਅਤੇ ਇਸ ਕਰਕੇ ਅਸੀਂ ਤੁਹਾਨੂੰ ਸਾਰੇ ਰਲ ਮਿਲ ਕੇ ਪ੍ਰਬੰਧ ਦਿੰਦੇ ਹਾਂ। ਪਰ ਹੁਣ ਜਦੋਂ ਹਾਲਾਤ ਬਦਲ ਗਏ, ਹੁਣ ਇਹ ਕਮੇਟੀ ਜਿਹੜੀ ਹੈ ਕਾਨੂੰਨੀ ਤੌਰ 'ਤੇ ਇਹ ਕਮੇਟੀ ਬਣ ਗਈ, ਅਤੇ ਉਹ ਫਿਰ ਐਕਟ ਦੇ ਅਨੁਸਾਰ ਹੀ ਕੰਮ ਹੋਏਗਾ ਨਾ ਜੀ। ਇਹ ਐਕਟ ਇਹ ਗੱਲ ਕਹਿੰਦਾ, ਮੈਂ ਕੱਲ੍ਹ ਵਕੀਲਾਂ ਕੋਲ ਸਾਰਾ ਐਕਟ ਵੀ ਪੜ੍ਹਾ ਕੇ, ਐਕਟ ਇਹ ਗੱਲ ਕਹਿੰਦਾ ਕਿ 2014 ਦੇ ਵਿੱਚ ਜਦੋਂ ਸਟੇ ਹੋਇਆ ਸੀ, ਸਟੇ ਕੋਕਸ ਹੋਇਆ ਸੀ, ਜਿਹੜੀ ਸਥਿਤੀ ਉਹ ਸੀ ਜਿਨ੍ਹਾਂ ਨੂੰ DC ਸਾਹਿਬ ਨੇ ਸਹੁੰ ਚੁਕਾਈ ਹੈ, ਉਹੀ ਕਮੇਟੀ ਬਹਾਲ ਕੀਤੀ ਜਾਏਗੀ, ਉਸ ਦਿਨ ਰੱਖਿਆ ਜਾਏਗਾ। ਦਾਦੂਵਾਲ ਕਹਿੰਦੇ ਗੋਲਕਾਂ ਦੇ ਵਿੱਚ ਜਿਹੜੇ ਗੁਰੂ ਘਰ 'ਚ ਗੋਲਕਾਂ ਪਈਆਂ, ਉਸ ਨੂੰ ਵੇਖ ਕੇ ਲਾਲਚ ਆ ਗਏ ਝੀਂਡਾ ਸਾਹਿਬ। ਚਲੋ ਮੈਂ ਕਹਾਂਗਾ ਸਾਡੇ ਕੋਲ ਤਾਂ 4 ਗੁਰੂ ਘਰ ਸਨ, ਜਿਹਨੇ ਝੀਂਡਾ ਸਾਹਿਬ ਨੇ 6 ਸਾਲ ਉਹਨਾਂ ਦੀ ਮੁੱਖ ਸੇਵਾਦਾਰ ਕੀਤੀ, ਅਤੇ ਤੁਸੀਂ 2 ਸਾਲਾਂ 'ਚ ਹੀ ਆਪਣੀ ਨੀਅਤ ਬਦਲ ਗਏ। ਤੁਸੀਂ ਤਾਂ ਸਮਝਿਆ ਵੀ ਇੱਥੇ ਤਾਂ ਗੋਲਕਾਂ 'ਚ ਤਾਂ ਮਾਇਆ ਹੀ ਬੜੀ ਹੁੰਦੀ ਹੈ, ਅਤੇ 52 ਗੋਲਕਾਂ ਹੁਣ ਮੇਰੇ ਕੋਲ ਆ ਗਈਆਂ ਨੇ, ਇਹ ਕਿਤੇ ਖੁਸ਼ ਨਾ ਜਾਣ। ਮੈਂ ਉਹਨਾਂ ਬਾਰੇ ਕੋਈ ਨਹੀਂ ਕਹਾਂਗਾ। ਸਾਡੇ ਮਾਣਯੋਗ ਸਤਿਕਾਰਯੋਗ ਨੇ ਦਾਦੂਵਾਲ ਸਾਹਿਬ, ਸਾਡੇ ਮੈਂਬਰ ਨੇ। ਚਲੋ ਕੋਈ ਗੱਲ ਨਹੀਂ, ਜੇ ਉਹ ਕਿਸੇ ਲਾਲਚ ਪਿੱਛੇ ਪਏ ਨੇ, ਆਪੇ ਚਲੋ ਪਰਮਾਤਮਾ ਉਹਨਾਂ ਨੂੰ ਸਮਰਥ ਬਖਸ਼ੇ। ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋਗੇ, ਨਾਲ ਰਲ ਕੇ ਚੱਲੋਗੇ? ਮੈਂ ਆਖਿਆ ਜੀ CM ਸਾਹਿਬ ਨੇ ਸਾਨੂੰ ਸੱਦਿਆ ਸੀ, ਮੇਰੀ ਕਈ ਵਾਰ ਫੋਨ 'ਤੇ ਗੱਲ, CM ਸਾਹਿਬ ਨੇ ਸੱਦਿਆ ਸੀ, ਇੱਥੇ ਆਏ, ਕੁਰੂਕਸ਼ੇਤਰ ਆਏ, ਅਸਾਂ ਇਕੱਠਿਆਂ ਲੰਗਰ ਛਕਿਆ, ਇਕੱਠੀ ਪ੍ਰੈਸ ਕਾਨਫਰੰਸ ਕੀਤੀ। ਅਸੀਂ ਬੈਠੇ ਸਾਂ, ਉੱਤੋਂ ਦਾਦੂਵਾਲ ਸਾਹਿਬ ਆ ਗਏ, ਅਸੀਂ ਉੱਥੇ ਬੈਠੇ ਰਹੇ, ਉਹ ਵੀ ਉੱਥੇ ਬੈਠੇ ਰਹੇ, ਗੱਲਬਾਤ ਚੱਲਦੀ ਰਹੀ, ਪ੍ਰੈਸ ਦੇ ਸਾਹਮਣੇ ਸਵਾਲ ਜਵਾਬ ਹੋਏ, ਇਕੱਠਿਆਂ ਜਾ ਕੇ ਲੰਗਰ ਛਕਿਆ। ਉਸ ਤੋਂ ਬਾਅਦ 2-3 ਦਿਨ ਪਹਿਲਾਂ CM ਸਾਹਿਬ ਸਾਨੂੰ ਸੱਦਿਆ, ਅਸੀਂ ਉੱਥੇ ਗਏ, ਇਕੱਠਿਆਂ ਲੰਗਰ ਛਕਿਆ ਬਹਿ ਕੇ। ਮੈਂ ਥੋੜ੍ਹਾ ਜਿਹਾ ਵਖਰੇਵਾਂ ਪਾਵਾਂਗਾ, ਮੈਂ ਕਹਿੰਦਾ ਵੀ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰ ਰਹੇ ਹਾਂ, ਅਤੇ ਉਹ ਸਾਡੇ ਸਤਿਕਾਰਯੋਗ ਮੈਂਬਰ ਨੇ, ਸਾਡੇ ਮੈਂਬਰ ਰਹੇ ਨੇ, ਸਾਡੇ 2 ਸਾਲ ਉਹ ਸੇਵਾ ਕਰਦੇ ਰਹੇ ਨੇ, ਉਹਨਾਂ ਸੇਵਾ ਚੰਗੀ ਨਿਭਾਈ ਹੈ। ਅਤੇ ਜੇ ਗੁਰੂ ਘਰ ਦੇ ਮੈਂਬਰ ਜਿਨ੍ਹਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ, ਉਹ ਆਉਂਦੇ ਨੇ ਕਿ ਨਹੀਂ ਤੁਹਾਡੇ ਕੋਲ ਪ੍ਰਬੰਧ ਨਹੀਂ ਠੀਕ ਚੱਲ ਸਕਿਆ, ਅਤੇ ਉਹਨਾਂ ਨੂੰ ਗੱਲ ਮੰਨ ਲੈਣੀ ਚਾਹੀਦੀ। ਕਿਉਂ ਅੜੀ ਕਰਕੇ ਬੈਠੇ? ਮਿਨੀ ਪਾਰਲੀਮੈਂਟ ਦੀ ਤੁਸੀਂ ਗੱਲ ਕੀਤੀ ਕਿ SGPC ਹੈ ਜਿਹੜਾ ਉਹ ਮਿਨੀ ਪਾਰਲੀਮੈਂਟ ਦਾ ਜਿਹੜਾ ਰੋਲ ਅਦਾ ਕਰੇ, ਕਿ ਹੁਣ ਅੱਗੇ HSGPC ਵਾਸਤੇ ਤੁਸੀਂ ਜਿੰਨਾ ਸੰਘਰਸ਼ ਕੀਤਾ, ਕਿ ਹੁਣ ਉਸ ਤਰੀਕੇ ਜਿੰਨੇ ਵੀ ਪੂਰੀ ਦੁਨੀਆ ਦੇ ਵਿੱਚ ਵਸਦੇ ਗੁਰੂ ਧਾਮ ਹੈਗੇ ਨੇ, ਉਹਦੇ ਵਾਸਤੇ ਵੀ ਕੋਈ ਸੰਘਰਸ਼ ਉਲੀਕਿਆ ਜਾਏਗਾ, ਜਾਂ ਫਿਰ ਉਸ ਮਿਨੀ ਪਾਰਲੀਮੈਂਟ ਦੇ ਅੰਡਰ ਲੈ ਕੇ ਆਉਣ ਦੀ ਗੱਲ ਕੀਤੀ ਜਾਏਗੀ? ਮੈਂ ਗੁਸਤਾਖੀ ਕਰਾਂਗਾ ਉਹਨਾਂ ਨੂੰ। ਮੈਂ ਤੁਹਾਨੂੰ ਕਿਹਾ ਵੀ ਸਿੱਖ ਪਾਰਲੀਮੈਂਟ, ਆਪਾਂ ਮਿਨੀ ਕਿੱਥੇ ਲਾ ਦਿੱਤਾ? ਮਿਨੀ ਪਾਰਲੀਮੈਂਟ ਤਾਂ ਹੈ ਹੀ ਨਹੀਂ ਕਿਤੇ। ਨੋ 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 ਨੋ, ਮੈਂ ਤੁਹਾਨੂੰ ਕਿਹਾ ਹੈ ਕਿ ਉਹ ਸਿੱਖਾਂ ਦੀ ਪਾਰਲੀਮੈਂਟ ਹੈ, ਅਤੇ ਜਿਹੜੇ ਅਕਾਲ ਤਖਤ ਸਾਹਿਬ ਨੇ, ਉਹ ਜਿਸ ਤਰ੍ਹਾਂ ਸੁਪਰੀਮ ਕੋਰਟ ਹੈ, ਉਸੇ ਤਰ੍ਹਾਂ ਸਾਡੇ ਸਿੱਖਾਂ ਦੇ ਉਹ ਸੁਪਰੀਮ ਕੋਰਟ ਹੈ। ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਹੈ ਸਿੱਖਾਂ ਦੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ। ਜੀ ਜੀ, ਇਸ ਕਰਕੇ ਮੈਂ ਹੁਣ ਤੁਹਾਨੂੰ ਆਪਾਂ ਹੁਣ ਇਹ ਸੋਚਿਆ ਕਿ ਇਹਦੀ ਜਿਹੜੀ VIP ਕਲਚਰ, ਮੈਂ ਹੁਣ ਵੀ ਪ੍ਰੈਸ ਕਾਨਫਰੰਸ ਕਰਕੇ ਆਇਆ ਵਾਂ ਸਾਰਿਆਂ ਨੂੰ, ਕਿ ਜਿਹੜਾ ਧਾਰਮਿਕ ਤੌਰ ਦੇ ਵਿੱਚ ਧਰਮ ਦੇ ਸਾਡੇ ਵਿੱਚ VIP ਕਲਚਰ ਆ ਗਿਆ, ਧਰਮ ਦੇ ਵਿੱਚ ਵਾਲੀ VIP ਕਲਚਰ। ਹੁਣ ਇਹ ਅੱਗੇ ਗੱਡੀਆਂ ਫੋਰਸ ਦੀਆਂ ਲਾ ਕੇ ਚੱਲੀਆਂ, ਵਰਦੀਧਾਰਾਂ ਨੂੰ, ਹਥਿਆਰਬੰਦ ਪੁਲਿਸ ਦੇ ਸਰਕਾਰੀ ਤੌਰ 'ਤੇ ਅੱਗੇ ਗੱਡੀਆਂ ਲੈ ਕੇ ਚੱਲਣਾ, ਨਾਲ 5-5 4-4 ਗਨਮੈਨ ਲੈਣ ਚੱਲਣੇ। ਮੈਂ ਤੁਹਾਡੇ ਮੂੰਹ ਇਹ ਪੁੱਛਣਾ ਚਾਹੁੰਦਾ ਕਿ ਗੁਰੂ ਘਰ ਦੇ ਵਿੱਚ ਹਥਿਆਰ ਲੈ ਕੇ, ਵਰਦੀ ਪਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ, ਮੱਥਾ ਟੇਕ ਸਕਦੇ ਨੇ? ਜਦੋਂ ਗੁਰੂ ਘਰ ਜਾ ਹੀ ਨਹੀਂ ਸਕਦੇ, ਗੁਰੂ ਘਰ ਮੱਥਾ ਨਹੀਂ ਵਰਦੀ ਪਾ ਕੇ ਟੇਕ ਸਕਦੇ, ਹਥਿਆਰ ਲੈ ਕੇ ਮੱਥਾ ਨਹੀਂ ਟੇਕ ਸਕਦੇ, ਫਿਰ ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਕਿਉਂ ਰੱਖੇ ਨੇ? ਗੁਰੂ ਗੋਬਿੰਦ ਸਿੰਘ ਨੇ ਸਾਡੀ ਸਿਕਿਉਰਿਟੀ ਵਾਸਤੇ ਨਿਹੰਗ ਸਿੰਘ ਬਣਾਏ ਨੇ। ਨਿਹੰਗ ਸਿੰਘ, ਮੈਂ VIP ਕਲਚਰ ਖਤਮ ਕਰਾਂਗਾ।
ਮੈਂ ਵਾਅਦਾ ਕਰਨਾ ਵਾ ਸਾਰੀ ਦੁਨੀਆ ਦੇ ਭਾਵੇਂ ਲਿਖ ਸੋ, ਮੈਂ ਸਵੇਰ ਦਾ ਹੀ ਇਹ ਗੱਲ ਕਹਿ ਰਿਹਾ, VIP ਕਲਚਰ ਖਤਮ ਕਰਾਂਗਾ ਆਪਣੇ ਨਾਲ। ਜੇ ਮੈਨੂੰ ਜ਼ਰੂਰਤ ਹੋਈ ਤੇ ਨਿਹੰਗ ਸਿੰਘ ਰੱਖਾਂਗਾ, ਮੈਂ ਵਰਦੀਧਾਰੀ ਕੋਈ ਵੀ ਸਰਕਾਰ ਵੱਲੋਂ ਸਿਕਿਉਰਿਟੀ ਆਪਣੀ ਨਹੀਂ ਲਾਂਗਾ। ਝਿੰਡਾ ਸਾਹਿਬ, VIP ਕਲਚਰ ਨਾ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੜਾ ਦੇਖਦੇ ਹਾਂ। ਕੋਈ ਜਾਣਾ ਮਾਨਾ, ਕੋਈ ਮੰਨਿਆ ਪਰਮੰਨਿਆ ਜਦੋਂ ਸ਼ਖਸ ਆਉਂਦਾ ਤੇ ਉਹਦੇ ਨਾਲ ਵੀ ਪੂਰੀ ਫੋਰਸ ਆਉਂਦੀ ਆ। ਫਿਰ ਜਿਹੜੀ ਸੰਗਤ ਆਈ ਹੁੰਦੀ ਹੈ ਆਮ ਸਾਡੇ ਵਰਗੀ, ਉਹ ਅਸੀਂ ਲਾਈਨਾਂ 'ਚ ਖੜੇ ਰਹਿੰਦੇ ਹਾਂ, ਤੇ ਜਿਹੜੇ ਉਹ ਮੰਨੇ ਪਰਮੰਨੇ ਸ਼ਖਸ ਆਉਂਦੇ ਨੇ, ਨਾਲੇ ਤਾਂ ਸਰੋਪਾ ਪਾਇਆ ਜਾਂਦਾ, ਨਾਲੇ ਵਿੱਚੋਂ ਰਾਹ ਦਿੱਤਾ ਜਾਂਦਾ। ਇਹਨੂੰ ਤੁਸੀਂ VIP ਕਲਚਰ ਦੇ ਹੇਠਾਂ ਲੈ ਕੇ ਆਉਂਦੇ ਹੋ, ਜਾਂ ਫਿਰ ਤੁਸੀਂ ਸੋਚਦੇ ਹੋ ਕਿ ਉਹ ਪਹਿਲਾਂ ਮੱਥਾ ਟੇਕ ਕੇ ਲੰਘ ਜਾਣ, ਸੰਗਤ ਬਾਅਦ 'ਚ ਦਰਸ਼ਨ ਕਰਦੀ ਰਹੇਗੀ? ਮੈਂ ਇਹਦੇ ਬਿਲਕੁਲ ਵਿਰੁੱਧ ਹਾਂ। ਮੈਂ ਹੁਣੇ ਮੈਨੇਜਰ ਸਾਹਿਬ ਨੂੰ ਕਹਿ ਕੇ ਆਇਆ ਵਾਂ, ਕਿਸੇ ਦੇ ਘੱਟ ਤੋਂ ਘੱਟ ਮੈਨੂੰ ਮੁੱਖ ਸੇਵਾਦਾਰ ਚੁਣਿਆ। ਜੇ ਕਿਸੇ ਮੁਲਾਜ਼ਮ ਤੁਹਾਡੇ ਨੇ ਮੇਰੇ ਗੋਡਿਆਂ ਨੂੰ ਹੱਥ ਲਾਇਆ ਜਾਂ ਮੈਂ ਇੱਥੇ ਮੱਥਾ ਟੇਕਣ ਆਇਆ, ਤੁਸੀਂ ਅੱਗੇ ਪਿੱਛੇ ਮੇਰੇ ਨਾਲ ਗਏ, ਮੈਥੋਂ ਬਰਦਾਸ਼ਤ ਨਹੀਂ ਹੋਵੇਗਾ। ਮੈਂ ਪਹਿਲੋਂ ਆਪਣਾ VIP ਕਲਚਰ ਖਤਮ ਕਰਾਂਗਾ। ਮੈਂ ਕਰਾਂਗਾ ਤੇ ਲੋਕਾਂ ਨੂੰ ਕਹਾਂਗਾ, ਮੈਂ ਜੇ ਖੁਦ ਨਹੀਂ ਕਰਾਂਗਾ। ਦੂਜੀ ਗੱਲ, ਮੈਂ ਕਿਹਾ ਵੀ ਮੈਂ ਸਿਕਿਉਰਿਟੀ VIP ਨਹੀਂ ਲੈਣੀ। ਜਿਹੜੇ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਸਰੋਪਾ ਪਾਇਆ ਜਾਂਦਾ, ਉਸ ਕਰਕੇ ਮੈਂ ਉਹਨਾਂ ਨੂੰ ਕਹਿ ਕੇ ਆਇਆ ਵਾਂ, ਕੋਈ ਵੀ ਮੈਂ ਪਹਿਲੋਂ ਜੇ ਤੁਸੀਂ ਮੈਂ ਆਵਾਂ, ਤੁਸੀਂ ਇਹ ਜਿਹੇ ਮੁੱਖ ਸੇਵਾਦਾਰ ਮੈਨੂੰ ਸਮਝ ਕੇ ਲੰਗਰ ਇੱਥੇ ਲੈ ਆਓ, ਦਫ਼ਤਰ ਦੇ ਵਿੱਚ ਛਕਾਓ। VIP ਮੈਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੋ, ਲੰਗਰ ਸੰਗਤ 'ਚ ਬਹਿ ਕੇ ਛਕਾਂਗਾ। ਜੇ ਕਿਸੇ ਮੁਲਾਜ਼ਮ ਨੇ ਗਲਤੀ ਕਰ ਦਿੱਤੀ ਤੇ ਮੈਥੋਂ ਬਰਦਾਸ਼ਤ ਨਹੀਂ ਹੋਵੇਗੀ। ਮੈਂ ਇੱਕ ਗੱਲ ਹੋਰ ਕਹਿ ਕੇ ਆਇਆ ਵਾਂ, VIP ਦੇ ਕਲਚਰ ਖਤਮ ਕਰਨਾ ਹੈ। ਮੈਂ ਉੱਥੇ ਗੁਟਕਾ ਸਾਹਿਬ, ਉੱਥੇ ਇੱਕ ਸਟਾਲ ਲੱਗਾ ਸੀ ਬਾਹਰ ਗੁਰੂ ਘਰ 6ਵੀਂ ਪਾਤਸ਼ਾਹੀ ਦੇ, ਮੈਂ ਮੱਥਾ ਟੇਕਣ ਗਿਆ ਤਾਂ ਉੱਥੇ ਇੱਕ ਸਟਾਲ ਲੱਗਾ ਸੀ। ਮੈਂ ਉਹਨਾਂ ਨੂੰ ਪੁੱਛ ਲਿਆ ਵੀ ਇਹ ਸਟਾਲ ਦੇ ਵਿੱਚ ਕੀ ਫ੍ਰੀ ਦਿੰਦੇ ਹੋ? ਅਖੇ ਜੀ ਕੋਈ ਲਿਟਰੇਚਰ ਦੀ ਫੀ ਭਰਨੇ ਆ, ਅਤੇ ਜਿਹੜੇ ਗੁਟਕੇ ਸਾਹਿਬ ਨੇ ਗੁਰੂ ਦੀ ਬਾਣੀ ਉਹਦੇ ਅਸੀਂ ਭੇਟਾ ਲੈਂਦੇ ਹਾਂ। ਮੈਨੂੰ ਬੜੀ ਹੋਸ਼ ਮੇਰੇ ਉੱਡ ਗਏ ਬਈ ਜੇ ਗੁਰੂ ਘਰ ਦੀ ਗੁਰੂਆਂ ਦੀ ਬਾਣੀ ਅਸੀਂ ਵੇਚਣੀ ਸ਼ੁਰੂ ਕਰਤੀ, ਫਿਰ ਸਾਡੇ ਪੱਲੇ ਕੀ ਹੈ? ਬਈ ਹੋਰ ਤਾਂ ਲਿਟਰੇਚਰ ਵੇਚੋ ਤੁਸੀਂ, ਉਹਦੇ 'ਤੇ ਭੇਟਾ ਰੱਖੋ, ਪਰ ਗੁਰੂ ਦੀ ਬਾਣੀ 'ਤੇ ਨਾ ਵੇਚੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਾ ਬਚਤੇ, ਸਾਡੇ ਕੋਲ ਨਾ ਬਚਤੇ। ਜੇ ਅਸੀਂ ਬਾਣੀ ਫ੍ਰੀ ਨਹੀਂ ਦੇ ਸਕਦੇ ਤੇ ਫਿਰ ਸਾਡੀ ਫਿੱਟ ਲਾਉਣ 'ਤੇ। ਇਸ ਕਰਕੇ ਇਹਨਾਂ ਗੱਲਾਂ ਦਾ ਵੱਖਰਾ ਕਰਕੇ ਵਿਖਾਵਾਂਗੇ। VIP ਕਲਚਰ ਖਤਮ ਕਰਾਂਗੇ। VIP ਪ੍ਰੋਟੈਕਸ਼ਨ ਸਾਡੇ ਨਹੀਂ ਹੋਏਗੀ। ਅੱਗੇ ਪਿੱਛੇ ਮੁਲਾਜ਼ਮ ਨਹੀਂ ਫਿਰਨਗੇ। ਮੈਨੇਜਰ ਸਾਹਿਬ ਆਪਣੇ ਕਮਰੇ 'ਚ ਰਹਿਣਗੇ, ਜਿੱਥੇ ਸੇਵਾਦਾਰ ਹੈ ਉੱਥੇ ਖੜੇ ਰਹਿਣਗੇ। ਪ੍ਰਧਾਨ ਇਕੱਲਾ ਹੈ ਜਾਂ ਸੰਗਤ ਆਏ ਉਹਦੇ ਨਾਲ ਸੇਵਾਦਾਰ ਆਏ, ਆਪਣਾ ਜਾਏ ਮੱਥਾ ਟੇਕੇ। ਜੇ ਕੋਈ ਮੈਨੇਜਰ ਸਾਹਿਬ ਨਾਲ ਜਾਂ ਮੁਲਾਜ਼ਮਾਂ ਨਾਲ ਗੱਲ ਕਰਨੀ ਫਿਰ ਦਫ਼ਤਰ ਵਿੱਚ ਆਣ ਕੇ ਗੱਲ ਕਰੇ, ਲੰਗਰ ਸੰਗਤ ਵਿੱਚ ਬਹਿ ਕੇ ਛਕੇ। ਮੈਂ ਆਪਣੇ ਹਾਊਸ ਦੇ ਮੈਂਬਰਾਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਪਹਿਲਾਂ ਅੱਗੇ ਲੱਗਾਂਗੇ। ਮੈਂ ਤਾਂ ਲੱਗ ਗਿਆ, ਮੈਂ ਤਾਂ ਗੁਰੂ ਘਰ ਅਰਦਾਸ ਕਰ ਦਿੱਤੀ ਵੀ VIP ਕਲਚਰ ਮੈਂ ਨਹੀਂ ਰੱਖਣਾ ਆਪਣੇ ਨਾਲ। ਮੈਂਬਰਾਂ ਸਾਹਿਬਾਨ ਨੂੰ ਬੇਨਤੀ ਕਰਾਂਗਾ ਅਤੇ ਫਿਰ ਸੰਗਤ ਤਾਂ ਹੀ ਬੇਨਤੀ ਕਰਾਂਗੇ ਨਾ, ਜਿਹੜੇ ਲੋਕ ਇੱਥੇ ਆਉਂਦੇ ਨੇ ਵੀ ਤੁਸੀਂ ਗੁਰੂ ਘਰ ਆਣ ਕੇ VIP ਜਿਹੜੇ ਨੇ, ਜਿਹੜੇ ਤੁਹਾਡੇ ਮੈਨੇਜਰ ਨੇ, ਉਹ ਉਹਨਾਂ ਨੂੰ VIP ਨਾ ਮੰਨਣ, ਸੰਗਤ ਦੇ ਰੂਪ ਵਿੱਚ ਮੰਨਣ। ਇੱਕ ਵੱਡਾ ਇਕੱਠ ਹੈ ਜਿਹੜਾ 9 ਤਰੀਕ ਨੂੰ ਦੱਸਿਆ ਜਾ ਰਿਹਾ ਕਿ ਹੁਣ HSGPC ਵੱਲੋਂ ਕੀਤਾ ਜਾਏਗਾ। ਕੀ ਇਕੱਠ ਹੈ ਤੇ ਕਿਸ ਤਰ੍ਹਾਂ ਇਹ ਤੇ ਕਿੱਥੇ ਹੋਵੇਗਾ? ਇਸ ਟਾਈਮ ਜੀ ਜਦੋਂ 33 ਮੈਂਬਰਾਂ ਨੇ ਮੈਨੂੰ ਮੁੱਖ ਸੇਵਾਦਾਰ ਚੁਣਿਆ ਅਤੇ ਨਿੰਮ ਸਾਹਿਬ ਚੁਣਿਆ, ਉੱਥੇ ਅਰਦਾਸ ਹੋਈ। ਅਤੇ ਉੱਥੇ ਅਰਦਾਸ ਹੋਣ ਤੋਂ ਬਾਅਦ ਸਿਮ ਸਾਹਿਬ ਦਾ ਫੋਨ ਆਇਆ ਵੀ ਮੈਂ ਇੱਥੇ 8:30 ਵਜੇ ਕਰਨਾਲ ਆ ਰਿਹਾ ਅਤੇ ਮੇਰੀ ਆਣ ਕੇ ਗੱਲ ਸੁਣੋ। ਰੈਸਟ ਹਾਊਸ ਸਾਡੀ ਮੁਲਾਕਾਤ ਹੋਈ। ਉੱਥੇ ਸਾਡੀ ਆਪਸ 'ਚ ਗੱਲ ਚੱਲੀ ਵੀ ਆਪਾਂ ਪਹਿਲੋਂ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਹੈ। ਅਤੇ ਮੈਂ ਕਿਹਾ ਠੀਕ ਹੈ, ਇਹ ਬਹੁਤ ਮੇਰੀ ਵੀ ਸੋਚ ਹੈ ਵੀ ਇਹ ਜੋ ਕੁਝ ਹੋਇਆ ਗੁਰੂ ਦੀ ਮਿਹਰ ਨਾਲ ਹੋਇਆ। ਅਤੇ ਸਿਮ ਸਾਹਿਬ ਨੇ ਮੈਨੂੰ ਕਹਿਣ ਲੱਗੇ ਵਾਕਈ ਗੁਰੂ ਦੀ ਮਿਹਰ ਨਾਲ ਹੋਇਆ। ਜਦੋਂ ਮਹਾਂਭਾਰਤ ਉਹਨਾਂ ਮੈਨੂੰ ਦੱਸਿਆ, ਆਪਾਂ ਇਸ ਟਾਈਮ ਬੈਠੇ ਸਾਂ, ਉਹ ਕਹਿਣ ਲੱਗੇ ਵੀ ਜਦੋਂ ਮਹਾਂਭਾਰਤ ਦਾ ਯੁੱਧ ਹੋ ਰਿਹਾ ਸੀ ਅਤੇ ਜਦੋਂ ਜਿੱਤ ਹੋਈ ਇਹਨਾਂ ਦੀ ਪਾਂਡਵਾਂ ਦੀ, ਇਹ ਉਹਨਾਂ ਪੁੱਛਿਆ ਅਰਜਨ ਕੋਲੋਂ ਵੀ ਤੇਰੀ ਜਿੱਤ ਕਿਸ ਤਰ੍ਹਾਂ? ਤੁਸੀਂ 500 ਅਤੇ ਕੌਰਵਾਂ ਦੇ ਲੱਖਾਂ ਸੈਨਾ ਸੀ ਤੁਹਾਡੀ। ਉਹਨਾਂ ਕਿਹਾ ਮੈਨੂੰ ਤਾਂ ਗੁਰੂ ਮਹਾਰਾਜ ਦਾ ਇਹ ਸੁਦਰਸ਼ਨ ਚੱਕਰ ਹੀ ਨਜ਼ਰ ਆਇਆ ਅਤੇ ਉਹਨੇ ਜਿੱਤ ਕਰਾ ਦਿੱਤੀ। ਇਸ ਕਰਕੇ ਮੈਨੂੰ ਕਹਿਣ ਲੱਗੇ CM ਸਾਹਿਬ ਇਹ ਸਾਨੂੰ ਨਹੀਂ ਪਤਾ ਲੱਗਾ, ਸਾਨੂੰ ਵੀ ਨਹੀਂ ਸੀ ਉਮੀਦ ਵੀ ਜਿਨ੍ਹਾਂ ਨਾਲ ਟੱਕਰ ਲੋਕਾਂ ਨਾਲ ਲਈਏ, ਉਹਨਾਂ ਕੋਲ ਤਾਂ ਕਰੋੜਾਂ ਅਰਬਾਂ ਰੁਪਈਆਂ ਦੇ ਬਸਤ ਨੇ ਅਤੇ ਅਸੀਂ ਸੁਪਰੀਮ ਕੋਰਟ 'ਚੋਂ ਕੇਸ ਜਿੱਤ ਜਾਵਾਂਗੇ। ਇਹ ਗੁਰੂ ਮਹਾਰਾਜ ਕਰਾਇਆ। ਇਸ ਕਰਕੇ ਆਪਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਪਹਿਲੋਂ ਕਰੀਏ। ਸਾਡੀ ਸਲਾਹ ਬਣੀ 7 ਤਰੀਕ ਨੂੰ। ਉਹ ਕਹਿਣ ਲੱਗੇ ਫਿਰ ਅਖੰਡ ਪਾਠ ਸਾਹਿਬ ਕਰਵਾ ਲੈਂਦੇ ਹਾਂ। ਨਾਢਾ ਸਾਹਿਬ ਅਖੰਡ ਪਾਠ ਸਾਹਿਬ ਰੱਖੇ ਜਾਣਗੇ। 9 ਤਰੀਕ ਨੂੰ ਪੂਰਨਮਾਸ਼ੀ ਹੈ, 9 ਤਰੀਕ ਨੂੰ ਐਤਵਾਰ ਦਿਨ ਹੈ ਅਤੇ ਉੱਥੇ ਹਰਿਆਣਾ ਕਮੇਟੀ ਅਤੇ ਹਰਿਆਣੇ ਦੀ ਸਰਕਾਰ ਦੋਵੇਂ ਮਿਲ ਕੇ ਸ਼ੁਕਰਾਨਾ ਮਹਾਰਾਜ ਦਾ ਕਰਨਗੇ ਅਤੇ ਉਸ ਤੋਂ ਬਾਅਦ ਉਹ ਜਿਹੜਾ ਹੈ ਉਹ ਪ੍ਰਤੀਕਿਰਿਆ, ਅਗਲੀ ਪ੍ਰਤੀਕਿਰਿਆ ਸ਼ੁਰੂ ਹੋਵੇਗੀ। ਇੱਕ ਬਹੁਤ ਜ਼ਰੂਰੀ ਸਵਾਲ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਬਾਹਰ ਨੂੰ ਬੜਾ ਭੱਜ ਰਹੇ ਨੇ, ਖਾਸ ਤੌਰ 'ਤੇ ਕੇਸ ਤਾਂ ਰੱਖ ਕੇ ਰਾਜੀ ਨਹੀਂ ਹੈਗੇ। ਮੁੱਖ ਧਾਰਾ ਦੇ ਨਾਲ ਉਹਨਾਂ ਨੂੰ ਜੋੜਨ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ? ਹਾਂ, ਅੱਜ ਮੈਂ ਸਾਡੇ ਹਲਕੇ 'ਚ ਸਵੇਰੇ 7 ਵਜੇ ਮੈਨੂੰ ਨੌਜਵਾਨਾਂ ਸੱਦਿਆ ਸੀ। ਉੱਥੇ NIR ਵਾਲਿਆਂ ਨੇ
ਇੱਕ ਡਿਸਪੈਂਸਰੀ ਉਸ ਪਿੰਡ 'ਚ ਖੋਲ੍ਹੀ ਹੈ, ਫ੍ਰੀ ਡਿਸਪੈਂਸਰੀ। ਮੈਥੋਂ ਉਹਨਾਂ ਮੂਰਤ ਕਰਾਇਆ ਉਸ ਡਿਸਪੈਂਸਰੀ ਦਾ। ਪਹਿਲਾਂ ਮੈਂ ਕੰਮ ਕਰਕੇ ਆਇਆ ਵੀ ਫ੍ਰੀ ਡਿਸਪੈਂਸਰੀ ਦਾ ਮੂਰਤ ਅੱਜ ਮੈਂ ਸਵੇਰੇ ਸ਼ੁਰੂ ਕਰਤਾ। ਉੱਥੇ ਨੌਜਵਾਨ ਇਕੱਠੇ ਹੋਏ ਸਨ। ਮੈਂ ਹੁਣ ਜਿਹੜਾ ਬਜਟ ਹੈ ਉਹਨਾਂ ਨੂੰ ਮੈਂ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਅਤੇ ਪਤਿਤਪੁਣੇ ਤੋਂ ਦੂਰ ਕਰਨ ਵਾਸਤੇ ਸਪੈਸ਼ਲ ਨੌਜਵਾਨਾਂ ਵਾਸਤੇ ਬਜਟ ਰੱਖਿਆ ਜਾਏਗਾ। ਆਪਾਂ ਇੱਕ ਬਹੁਤ ਵੱਡੀ ਕਾਨਫਰੰਸ ਨੌਜਵਾਨਾਂ ਦੀ ਕਰਾਂਗੇ ਅਤੇ ਮੈਂ ਕਿਹਾ ਜਿਹੜੇ ਪਤਿਤ ਨੌਜਵਾਨ ਹੋ ਗਏ ਨੇ ਉਹਨਾਂ ਨੂੰ ਜ਼ਿਆਦਾ ਉੱਥੇ ਸੱਦਿਆ ਜਾਏਗਾ। ਉਹਨਾਂ ਨੂੰ ਜੋ ਅਸੀਂ ਇਮਦਾਦ ਹੋਏਗੀ ਬਜਟ ਦੇ ਰੂਪ ਵਿੱਚ ਉਹਨਾਂ ਨੂੰ ਦੇ ਕੇ ਨਸ਼ੇ ਛਡਵਾਉਣ ਦੀ ਗੱਲ ਕਰਾਂਗੇ, ਸਿੱਖੀ ਨਾਲ ਜੋੜਨ ਦੀ ਗੱਲ ਕਰਾਂਗੇ। ਮੈਂ ਗੁਰੂ ਘਰ ਬਹਿ ਕੇ ਘੱਟ ਤੋਂ ਘੱਟ 30-40 ਨੌਜਵਾਨ ਮੇਰੇ ਨਾਲ ਸਨ ਅਤੇ ਉਹਨਾਂ ਵਿੱਚੋਂ ਕੁਝ ਸਿੱਖ ਰੂਪ ਵਿੱਚ ਸਨ ਅਤੇ ਕੋਈ ਨੇ ਰੁਮਾਲ ਬੰਨਿਆ ਸੀ। ਮੈਂ ਕਿਹਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬਣਾਏ ਹੋਏ ਅੱਗੇ ਗੁਰੂ 11ਵੇਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਗੁਰੂ ਗੋਬਿੰਦ ਸਿੰਘ ਨੂੰ ਆਪਣਾ ਗੁਰੂ ਮੰਨਦੇ ਹੋ, ਫਿਰ ਉਹਨਾਂ ਦੀ ਗੱਲ ਵੀ ਤੁਹਾਨੂੰ ਮੰਨਣੀ ਚਾਹੀਦੀ। ਗੁਰੂ ਸਾਹਿਬ ਨੇ ਤਾਂ ਸਪਸ਼ਟ ਕਿਹਾ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਅਤੇ ਫਿਰ ਜੇ ਤੁਸੀਂ ਰਹਿਤ ਹੀ ਨਹੀਂ ਰੱਖਦੇ ਅਤੇ ਫਿਰ ਇਹਦਾ ਮਤਲਬ ਗੁਰੂ ਦੀ ਗੱਲ ਦਾ ਉਲੰਘਣ ਕਰ ਰਹੇ ਹੋ। ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਜਾਰੀ ਰਹੇਗੀ ਸਾਡੀ। ਬਾਹਰ ਦੇ ਬੱਚਿਆਂ ਦੀ ਗੱਲ ਜਿਵੇਂ ਅਸੀਂ ਇੱਥੇ ਇੱਕ ਹਰਿਆਣਾ ਸਿੱਖ ਯੂਨੀਵਰਸਿਟੀ ਬਣਾਵਾਂਗੇ। ਇਹ ਫ੍ਰੀ ਇਲਾਜ, ਚੰਗੇ ਇਲਾਜ ਕਰਵਾਵਾਂਗੇ। ਐਜੂਕੇਸ਼ਨ ਵੱਡੇ ਵੱਡੇ ਸੈਂਟਰ ਖੋਲ੍ਹਾਂਗੇ ਅਤੇ ਬੱਚਿਆਂ ਨੂੰ ਕੋਸ਼ਿਸ਼ ਕਰਾਂਗੇ ਕਿ ਉਹ ਜ਼ਿਆਦਾ ਨਾ। ਮੈਂ ਤਾਂ ਹੈਰਾਨ ਹਾਂ, ਅਸੀਂ ਮਿਹਨਤਾਂ ਕਰਕੇ ਕੋਠੀਆਂ ਬਣਾਈਆਂ, ਇੰਨੇ ਕਿੱਲੇ ਜ਼ਮੀਨ ਬਣਾਏ, ਬੱਚੇ ਸਾਡੇ ਬਾਹਰ ਟੁਰ ਗਏ, ਨਾ ਉਹ ਕੋਠੀਆਂ ਕਿਸੇ ਕੰਮ ਅਤੇ ਨਾ ਜ਼ਮੀਨਾਂ ਕਿਸੇ ਕੰਮ। ਇਸ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਰੋਕਣ ਵਾਸਤੇ ਇਸ ਤਰ੍ਹਾਂ ਕਰਦੇ ਹਾਂ ਕਿ ਵੀ ਸਾਨੂੰ ਕੈਨੇਡਾ, ਅਮਰੀਕਾ, ਜਰਮਨ, ਇੰਗਲੈਂਡ ਕਿਤੇ ਜਾਣ ਦੀ ਲੋੜ ਹੀ ਨਾ ਪਏ। ਉਹ ਇਹ ਸਮਝਣ ਵੀ ਜੋ ਕੁਝ ਹਾਂ ਉੱਥੇ ਜਾ ਕੇ ਲੈਣਾ, ਸਾਨੂੰ ਤਾਂ ਇੱਥੇ ਆਪਣੇ ਘਰ ਵਿੱਚ ਇੱਜ਼ਤ ਨਾਲ ਮਿਲ ਰਿਹਾ। ਵੱਡੇ ਚੀਜ਼ਾਂ ਦੀ ਗੱਲ ਕੀਤੀ, ਯੂਨੀਵਰਸਿਟੀਆਂ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਇੱਥੇ ਆਪਾਂ ਕੰਮ 'ਤੇ ਵੀ ਰੋਜ਼ਗਾਰ ਵੀ ਜਿਹੜੇ ਸਿੱਖ ਹੈਗੇ ਉਹਨਾਂ ਨੂੰ ਦਿੱਤਾ ਜਾਏਗਾ। ਇਹ ਕੰਮ SGPC ਕਿਉਂ ਨਹੀਂ ਕਰ ਸਕੀ? ਇੰਨੇ ਚਿਰ ਤੋਂ ਇੱਥੇ ਹੈਗੀ ਹੈ, ਸਾਰੇ ਗੁਰੂ ਧਾਮ ਸਾਂਭੀ ਜਾਂਦੀ ਹੈ, ਹਾਲੇ ਤੱਕ ਇੱਕ ਯੂਨੀਵਰਸਿਟੀ ਦਾ ਵੀ ਸ਼ਾਇਦ ਜ਼ਿਕਰ ਜਾਂ ਫਿਰ ਜਿਹੜਾ ਪ੍ਰਬੰਧ ਸੀਗਾ ਉਹਨਾਂ ਦੇ ਵੱਲੋਂ ਨਹੀਂ ਕੀਤਾ ਗਿਆ। HSGPC ਇਹ ਪਹਿਲਾਂ ਕਰਵਾਏਗੀ? ਇਸ ਤਰ੍ਹਾਂ ਜੀ, ਸ਼੍ਰੋਮਣੀ SGPC ਇਹ ਕੰਮ ਨਹੀਂ ਕਰ ਸਕੀ ਕਿਉਂਕਿ SGPC ਦਾ ਕੰਟਰੋਲ ਜਿਹੜਾ ਹੈ ਉਹ ਹਮੇਸ਼ਾ ਇੱਕ ਰਾਜਨੀਤਿਕ ਪਾਰਟੀ ਦੇ ਹੱਥ 'ਚ ਰਿਹਾ। ਉਹ ਜਿਹੜੇ ਕੰਮ ਧਰਮ ਪ੍ਰਚਾਰ ਵਾਸਤੇ ਕਰਨੇ ਸਨ, ਸਮਾਜ ਭਲਾਈ ਵਾਸਤੇ ਕਰਨੇ ਸਨ, ਹੌਸਪੀਟਲਾਂ ਦੀ ਗੱਲ ਕਰਨੀ ਸੀ, ਐਜੂਕੇਸ਼ਨ ਦੀ ਗੱਲ ਕਰਨੀ ਸੀ, ਉਹ 'ਤੇ ਰਾਜਨੀਤਿਕ ਤੌਰ 'ਤੇ ਖਰਚ ਕੀਤਾ ਗਿਆ ਉਹਨਾਂ ਨੂੰ। ਉਹਨਾਂ ਮਜਬੂਰ ਸਨ, ਸ਼੍ਰੋਮਣੀ ਕਮੇਟੀ ਮਜਬੂਰ ਸੀ। ਪੈਸਾ ਤਾਂ ਰਾਜਨੀਤਿਕ ਵੋਟਾਂ ਦੇ ਇਲੈਕਸ਼ਨਾਂ 'ਚ ਖਰਚ ਕੀਤਾ ਗਿਆ, ਉੱਧਰ ਕਿਤੇ ਧਿਆਨ ਨਹੀਂ। ਇਸੇ ਕਰਕੇ ਤਾਂ ਅੱਜ ਹਾਲਾਤ ਇਹ ਹੋ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ। ਵੈਦ ਲੀਡਰ ਨੇ ਸਾਡੇ ਬਜ਼ੁਰਗ ਨੇ, ਆਪਾਂ ਮਾਣ ਅਤੇ ਸਤਿਕਾਰ ਕਰਨੇ ਆ ਉਹਨਾਂ ਦਾ। 5 ਵਾਰ ਮੁੱਖ ਮੰਤਰੀ ਬਣੇ ਅਤੇ ਅੱਜ ਖੁਦ ਵੀ ਉਹ ਇਲੈਕਸ਼ਨ ਹਾਰ ਗਏ। ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋ ਗਿਆ ਉਹਨਾਂ ਦੀ ਡਿਕਟੇਟਰਸ਼ਿਪ ਦੀ ਵਜ੍ਹਾ, ਉਹਨਾਂ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਤੋਂ ਅੱਜ ਇੱਕ ਰਿਕਸ਼ੇ 'ਤੇ 3 ਅਕਾਲੀ ਦਲ ਦੇ ਮੈਂਬਰ ਬਹਿ ਕੇ ਟੁਰ ਜਾਂਦੇ, 3 ਸਿਰਫ ਚੁਣੇ ਗਏ। ਇਹ ਸਾਰਾ ਉਹਨਾਂ ਦੀਆਂ ਗਲਤੀਆਂ ਦੀ ਵਜ੍ਹਾ 'ਤੇ ਹੋਇਆ। ਅਤੇ ਮੈਂ ਤਾਂ ਬਾਦਲ ਸਾਹਿਬ ਨੂੰ ਹੱਥ ਜੋੜਨਾ, ਬਾਦਲ ਸਾਹਿਬ VIP ਕਲਚਰ ਖਤਮ ਕਰ, ਆਮ ਸਿੱਖ ਬਣ ਕੇ ਵਿਚਰ ਲੋਕਾਂ ਦੇ ਵਿੱਚ। ਇੱਕ ਮਿਸਾਲ ਆ ਜਾ, ਦੋਵੇਂ ਭਰਾ ਵਾਂ, ਮੇਰੀ ਸੁਖਬੀਰ ਬਾਦਲ ਨਾਲ ਅੱਧਾ ਘੰਟਾ ਪਰਸੋਂ ਗੱਲ ਹੁੰਦੀ ਰਹੀ, ਆਪਾਂ ਦੋਵੇਂ ਭਰਾ ਕੇ ਕੰਮ ਕਰੀਏ ਅਤੇ ਮੈਨੂੰ ਉਹਨੇ ਮੰਨਿਆ ਝਿੰਡਾ, ਮੇਰੇ ਨਾਲ ਤੁਸੀਂ ਇਹ ਵੱਡੇ ਹੋ, ਤੁਹਾਡਾ ਐਕਸਪੀਰੀਅੰਸ ਜ਼ਿਆਦਾ ਹੈ। ਮੈਂ ਕਿਹਾ ਜੇ ਵੱਡਾ ਭਰਾ ਮੰਨਣਾ ਤਾਂ ਫਿਰ ਆ ਜਾ, ਆਪਣੇ ਹੱਥਾਂ ਨਾਲ ਚਾਰਜ ਸੰਭਾਲ ਅਤੇ ਦੋਵੇਂ ਭਰਾ ਇਕੱਠੇ ਹੋ ਕੇ ਕੌਮ ਨੂੰ ਅੱਗੇ ਲੈ ਕੇ ਚੱਲੀਏ ਅਤੇ ਦੁਨੀਆ 'ਚ ਇੱਕ ਮਿਸਾਲ ਕਾਇਮ ਕਰੀਏ। ਅਖੀਰੀ ਸਵਾਲ ਲਵਾਂਗੀ ਮੈਂ ਕਿ ਇਹ ਵਾਲਾ ਸੱਦਾ ਜਿਹੜਾ ਸੁਖਬੀਰ ਬਾਦਲ ਨੂੰ ਤਾਂ ਤੁਸੀਂ ਦਿੱਤਾ ਹੀ ਦਿੱਤਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਹੀ ਨਾਲ ਧਾਮੀ ਸਾਹਿਬ ਅਤੇ ਦਾਦੂਵਾਲ ਦੇ ਲਈ ਵੀ ਹੋਏਗਾ? ਦੇਖੋ ਜੀ, ਦਾਦੂਵਾਲ ਸਾਹਿਬ ਤੇ ਸਾਡੇ ਆਪਣੇ ਸਤਿਕਾਰਯੋਗ ਮੈਂਬਰ ਨੇ, ਉਹਨਾਂ ਨੂੰ ਤਾਂ ਕੀ ਸੱਦਾ ਦੇਣਾ ਆਪਾਂ, ਉਹ ਤਾਂ ਹਾਊਸ ਦੇ ਵਿੱਚ ਆਪਾਂ ਇਕੱਠੇ ਬੈਠਣਾ ਹੈ। ਬਾਕੀ ਮੈਂ ਲੈਟਰ ਅਕਾਲ ਤਖਤ ਸਾਹਿਬ ਨੂੰ ਲਿਖ ਰਿਹਾ ਵਾਂ, ਛੇਤੀ ਹੀ ਲਿਖਾ ਰਿਹਾ ਵਾਂ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ। ਉਹਨਾਂ ਨੂੰ ਨਹੀਂ, ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਲਿਖ ਰਿਹਾ ਵਾਂ, ਮੈਂ 5 ਜਥੇਦਾਰਾਂ ਨੂੰ ਲੈਟਰ ਲਿਖ ਰਿਹਾ ਵਾਂ ਵੀ ਆਓ ਜਿਸ ਦਿਨ ਸੇਵਾ ਸੰਭਾਲਣੀ ਹੈ ਜਾਂ ਗੁਰੂ ਘਰ ਦਾ ਪ੍ਰਬੰਧ ਸੌਂਪਣਾ ਹੈ, ਧਾਮੀ ਸਾਹਿਬ ਵੀ ਆਉਣ, ਸੁਖਬੀਰ ਬਾਦਲ ਜੀ ਵੀ ਆਉਣ, ਆਪਾਂ ਸਪੈਸ਼ਲ ਲੈਟਰ ਲਿਖਾਂਗੇ ਉਹਨਾਂ ਨੂੰ। ਵਰਬਲੀ ਗੱਲ ਨਹੀਂ ਹੁੰਦੀ, ਵਰਬਲੀ ਨਾ ਮੰਨੀ ਜਾਂਦੀ। ਇਹ ਸਨ ਸਾਡੇ ਨਾਲ HSGPC ਦੇ ਨਵੇਂ ਬਣੇ ਪ੍ਰਧਾਨ ਜਗਦੀਸ਼ ਝਿੰਡਾ ਜੀ, ਜਿਨ੍ਹਾਂ ਦੇ ਵੱਲੋਂ 9 ਤਰੀਕ ਨੂੰ ਪੂਰਨ ਤੌਰ 'ਤੇ ਆਪਣਾ ਜਿਹੜਾ ਕਾਰਜਭਾਰ ਹੈਗਾ ਉਹ ਨਾਢਾ ਸਾਹਿਬ ਪੰਚਕੂਲਾ ਵਿਖੇ ਸੰਭਾਲਿਆ ਜਾਣਾ ਹੈ। ਜਿਸ ਮੌਕੇ ਇਹਨਾਂ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਸਾਰੇ ਜਿੰਨੇ ਵੀ SGPC ਨਾਲ ਜੁੜੇ ਮੈਂਬਰ ਨੇ, ਉੱਥੇ ਹੀ ਚਾਹੇ ਦਾਦੂਵਾਲ ਸਾਹਿਬ ਨੇ ਜਿਨ੍ਹਾਂ ਨੇ ਪਹਿਲਾਂ HSGPC ਨੂੰ ਸੰਭਾਲਿਆ, ਇਹਨਾਂ ਸਾਰਿਆਂ ਨੇ ਉਹਨਾਂ ਨੂੰ ਸੱਦਾ ਦਿੱਤਾ ਹੈ ਅਤੇ ਲਿਖਤ ਦੇ ਵਿੱਚ ਵੀ ਉਹ ਸੱਦਾ ਭੇਜਿਆ ਜਾਏਗਾ। ਨਾਲ ਹੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਹਨਾਂ ਦੇ ਨਾਲ ਕੈਬਨਿਟ ਹੈ ਜਿਹੜੀ, ਉਹ ਵੀ ਉੱਥੇ ਨਤਮਸਤਕ ਹੋਏਗੀ ਜਦੋਂ ਇਹਨਾਂ ਨੇ ਕਾਰਜਭਾਰ ਸੰਭਾਲਣਾ। ਅਤੇ ਇਸ ਤੋਂ ਇਲਾਵਾ ਇਹਨਾਂ ਨੇ
ਆਪਣੇ ਸੰਘਰਸ਼ ਦੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਜਿਹੜੇ HSGPC ਹੈਗੀ ਹੈ ਉਹ ਹੋਂਦ ਵਿੱਚ ਆਈ ਹੈ ਤੇ ਅੱਜ ਉਸ ਨੂੰ ਆਪਣੇ ਪੂਰੇ ਜਿਹੜੇ ਅਧਿਕਾਰ ਹੈਗੇ ਨੇ ਉਹ ਮਿਲ ਗਏ ਨੇ। ਹੁਣ ਦੇਖਣਾ ਹੋਏਗਾ ਕਿ ਹੁਣ ਹਰਿਆਣਾ ਦੇ ਵਿੱਚ ਗੁਰੂ ਧਾਮਾਂ ਦੇ ਜਿਹੜੇ ਪ੍ਰਬੰਧ ਹੈਗੇ ਨੇ ਉਹ ਕਿੰਨੇ ਕੁ ਉਹਦੇ ਵਿੱਚ ਬਦਲਾਅ ਆਉਂਦਾ ਹੈ, ਕਿੰਨੇ ਕੁ ਨੌਜਵਾਨ ਨੇ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਪਾਉਂਦਾ ਹੈ ਜਾਂ ਫਿਰ ਉਹ ਮੁੱਖ ਧਾਰਾ ਦੇ ਨਾਲ ਜੁੜ ਪਾਉਂਦੇ ਨੇ, ਕਿੰਨੇ ਕੁ ਜਿਹੜੇ ਸਿੱਖ ਜੁੜੇ ਹੋਏ ਨੇ ਇਸ ਕਮਿਊਨਿਟੀ ਦੇ ਨਾਲ, ਜਿੰਨੇ ਕੁ ਸਿੱਖ HSGPC ਨਾਲ ਜੁੜੇ ਹੋਏ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਬਦਲਾਅ ਆਉਂਦਾ ਹੈ। ਕਿਉਂਕਿ ਗੱਲਾਂ ਤੇ ਸਾਰੇ ਹੀ ਕਰਦੇ ਨੇ, ਸਾਰੇ ਪਾਸੇ ਸਿੱਖ ਕਮਿਊਨਿਟੀ ਹੈ ਜਿਹੜੀ ਉਹ ਮਾਈਨੋਰਿਟੀ ਦੇ ਵਿੱਚ ਆਉਂਦੀ ਹੈ, ਪਰ ਜਦੋਂ ਗੱਲ ਆਉਂਦੀ ਹੈ ਉਹਨਾਂ ਦੇ ਹੱਕਾਂ ਦੀ ਉਦੋਂ ਕੌਣ ਆ ਕੇ ਉਹਨਾਂ ਦੇ ਨਾਲ ਖੜਦਾ ਹੈ, ਕੌਣ ਆ ਕੇ ਬਾਂਹ ਫੜਦਾ ਹੈ, ਇਹ ਜ਼ਰੂਰ ਵੇਖਣ ਵਾਲੀ ਗੱਲ ਹੋਵੇਗੀ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਕੁਰੂਕਸ਼ੇਤਰਾ ਤੋਂ ਹਰਸਿਮਰਤ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰॉपर्टी डिस्प्यूट, गुप्त रोग, पुराना दर्द, पति पत्नी च अणबण, जादू टोना, मनमोहनी, वशीकरण करवाओ या तुड़वाओ। सोतन दुश्मन तो छुटकारा सदा ले, रुस्से नूं मनाउणा, प्यार, मोहब्बत। संपर्क करो 9958635478।